ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਹਨੀ ਵਾਲੀਆ ਸ਼ੋਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਉਹਦੇ ਵਿੱਚ ਸਾਡਾ ਸ਼ੋਅ ਹੈਗਾ ਰੀਅਲ ਏਸਟੇਟ ਗੁਰੂ, ਜਿਹਦੇ ਵਿੱਚ ਅਸੀਂ ਤੁਹਾਨੂੰ ਜਿਵੇਂ ਘਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਤੁਹਾਨੂੰ ਕੋਈ ਕੁਐਰੀਜ਼ ਹੁੰਦੀਆਂ ਨੇ, ਚਾਹੇ ਤੁਸੀਂ ਨਵਾਂ ਘਰ ਜਾਂ ਪੁਰਾਣਾ ਘਰ ਬਾਏ ਕਰਨਾ, ਸੈਲ ਕਰਨਾ, ਇਸ ਤੋਂ ਇਲਾਵਾ ਉਹਨੂੰ ਮੋਰਗੇਜ ਨੂੰ ਲੈ ਕੇ, ਇੰਸ਼ੋਰੈਂਸ ਨੂੰ ਲੈ ਕੇ, ਜਾਂ ਉਹਦੀ ਇੰਟੀਰੀਅਰ ਡੈਕੋਰੇਸ਼ਨ ਨੂੰ ਲੈ ਕੇ, ਜਾਂ ਫਿਰ ਉਹਦੀ ਕੰਸਟਰਕਸ਼ਨ ਨੂੰ ਲੈ ਕੇ, ਕੰਸਟਰਕਸ਼ਨ ਕੁਆਲਿਟੀ ਨੂੰ ਲੈ ਕੇ, ਕਿਸ ਢੰਗ ਦੇ ਨਾਲ ਤੁਹਾਨੂੰ, ਕਿਉਂਕਿ ਘਰ ਸਾਡਾ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਹੈ। ਅਸੀਂ ਪੂਰੀ ਜ਼ਿੰਦਗੀ ਦੀ ਕਮਾਈ ਅਸੀਂ ਕਿਸੇ ਨਾ ਕਿਸੇ ਅਸੀਂ ਆਪਣਾ ਪਿੰਡ ਸ਼ਹਿਰ ਛੱਡ ਕੇ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਵਸੇ ਹੋਏ ਹਾਂ ਕਿ ਸਾਡਾ ਇੱਕ ਸੁਪਨਾ ਹੁੰਦਾ ਕਿ ਇੱਥੇ ਵੀ ਸਾਡਾ ਇੱਕ ਬਹੁਤ ਜਿਹੜਾ ਹੈਗਾ ਆਪਣਾ ਇੱਕ ਪਿਆਰਾ ਘਰ, ਜਿਹਨੂੰ ਅਸੀਂ ਇੱਕ ਕਹਿ ਦਿੰਦੇ ਹਾਂ ਵੀ ਸਾਡਾ ਅਸੀਂ ਮਿਹਨਤਾਂ ਨਾਲ ਪੈਸੇ ਕਮਾ ਕੇ ਅਸੀਂ ਉਸ ਘਰ ਨੂੰ ਬਣਾਈਏ, ਤਾਂ ਉਹਦੇ ਵਿੱਚ ਉਸ ਨੂੰ ਖੂਬਸੂਰਤ ਬਣਾਉਣਾ ਵੀ ਸਾਡੀ ਇੱਕ ਬਹੁਤ ਵੱਡੀ ਸੋਚ ਹੁੰਦੀ ਹੈ। ਤਾਂ ਉਸ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਅਸੀਂ ਇਨਵਾਈਟ ਕੀਤਾ ਬਨੀਤ ਸਿੰਘ ਜੀ ਨੂੰ, ਜਿਹੜੇ ਕਿ ਟੱਚਸਟੋਨ ਫਲੋਰਿੰਗ ਤੋਂ ਸਾਡੇ ਨਾਲ ਜੁੜੇ ਹੋਏ ਨੇ। ਕੈਨੇਡਾ ਦੇ ਵਿੱਚ ਐਡਮਿੰਟਨ ਅਲਬਰਟਾ ਦੇ ਵਿੱਚ ਇੱਕ ਮੰਨੀ ਪ੍ਰਮੰਨੀ ਕੰਪਨੀ ਹੈਗੀ ਹੈ ਟੱਚਸਟੋਨ ਫਲੋਰਿੰਗ, ਜਿਹਦੇ ਕਿ ਹਰ ਇੱਕ, ਚਾਹੇ ਆਪਾਂ ਗੱਲ ਕਰੀਏ ਬਿਲਡਰ ਦੀ ਗੱਲ ਕਰੀਏ, ਉਹ ਇਹਨਾਂ ਦੇ ਬਾਰੇ ਜਾਣੂ ਨੇ। ਇਸ ਤੋਂ ਇਲਾਵਾ ਜਿਹੜੇ ਕਿ ਪਬਲਿਕ ਜਿਹੜੇ ਲੋਕੀ ਨੇ ਜਿਹੜਾ ਕਿ ਆਪਣਾ ਘਰ ਬਣਾਉਣ ਦੀ ਤਿਆਰੀ ਕਰ ਰਹੇ ਨੇ, ਜਾਂ ਫਿਰ ਜਿਹੜਾ ਘਰ ਲੈ ਰਹੇ ਨੇ, ਜਾਂ ਕੰਸਟਰਕਸ਼ਨ ਚੱਲ ਰਹੀ ਹੈ, ਫਲੋਰਿੰਗ ਦੇ ਬਾਰੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈਗੀ ਹੈ ਤਾਂ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਤੁਸੀਂ ਸਾਨੂੰ ਪੁੱਛ ਸਕਦੇ ਹੋ। ਤਾਂ ਬਨੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੋਅ ਤੇ। ਥੈਂਕ ਯੂ ਭਾਜੀ, ਸਭ ਤੋਂ ਪਹਿਲਾਂ ਥੈਂਕ ਯੂ ਤੁਹਾਡਾ ਆਪਣੇ ਸ਼ੋਅ ਤੇ ਬੁਲਾਉਣ ਲਈ ਜੀ। ਤਾਂ ਦੋਸਤੋ, ਆਪਾਂ ਬਨੀਤ ਜੀ ਨੂੰ ਸਵਾਲ ਪੁੱਛਾਂਗੇ। ਇਸ ਦੇ ਲਈ ਤੁਹਾਡੇ ਜਿਹੜੇ ਸਾਨੂੰ ਸਵਾਲਾਂ ਦੀ ਜ਼ਰੂਰਤ ਹੋਏਗੀ, ਤੁਸੀਂ ਇਹਨਾਂ ਸਾਡੇ ਸ਼ੋਜ਼ ਨੂੰ ਸਾਡਾ YouTube ਚੈਨਲ ਹੈਗਾ ਹਨੀ ਵਾਲੀਆ ਸ਼ੋਜ਼ ਦੇ ਰਾਹੀਂ ਤੁਸੀਂ ਸਾਡੇ ਇਹਨਾਂ ਸ਼ੋਜ਼ ਨੂੰ ਦੇਖ ਸਕਦੇ ਹੋ। ਤੁਹਾਡੇ ਮਨ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਫਲੋਰਿੰਗ ਦੇ ਉੱਤੇ, ਕਿਉਂਕਿ ਟੱਚਸਟੋਨ ਜਿਹੜੀ ਫਲੋਰਿੰਗ ਹੈਗੀ ਹੈ ਇਹ ਬਹੁਤ ਹੀ ਮੰਨੀ ਪ੍ਰਮੰਨੀ ਇੱਕ ਕੰਪਨੀ ਹੈਗੀ ਹੈ, ਜਿਹੜੀ ਕਿ ਸਾਡੇ ਜਿਵੇਂ ਅਸੀਂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਫਲੋਰਿੰਗ ਅਸੀਂ ਕਰਨੀ ਹੈ, ਕਿਸ ਢੰਗ ਦੇ ਨਾਲ ਕਰ ਸਕਦੇ ਹਾਂ, ਸਾਨੂੰ ਕਿਹੜੀ ਫਲੋਰਿੰਗ ਕਰਨੀ ਚਾਹੀਦੀ ਹੈ, ਲੇਟੈਸਟ ਫਲੋਰਿੰਗ ਕਿਹੜੀ ਹੈਗੀ ਹੈ। ਜਿੱਥੇ ਇੱਥੇ ਤੁਹਾਨੂੰ ਪਤਾ ਕਿ ਬੇਸਮੈਂਟਸ ਦੀ ਗੱਲ ਕਰੀ ਜਾਵੇ, ਬੇਸਮੈਂਟ 'ਚ ਕਿਸ ਤਰ੍ਹਾਂ ਦੀ ਫਲੋਰਿੰਗ ਹੋਣੀ ਚਾਹੀਦੀ ਹੈ, ਗਰਾਊਂਡ ਤੇ ਕਿਸ ਤਰ੍ਹਾਂ ਦੀ ਫਲੋਰਿੰਗ ਹੋਣੀ ਚਾਹੀਦੀ ਹੈ, ਫਸਟ ਫਲੋਰ ਤੇ ਕਿੱਦਾਂ ਦੀ ਫਲੋਰਿੰਗ ਹੋਣੀ, ਉਹ ਸਾਰੀ ਗੱਲਾਂ ਬਾਤਾਂ ਕਰਾਂਗੇ। ਤਾਂ ਬਨੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਟੱਚਸਟੋਨ ਫਲੋਰਿੰਗ ਕੰਪਨੀ ਬਾਰੇ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਐਡਾ ਵੱਡਾ ਇੱਕ ਜਿਹੜਾ ਬ੍ਰਾਂਡ ਖੜਾ ਕੀਤਾ ਹੋਇਆ, ਤੁਸੀਂ ਇੰਨੇ ਲੋਕਾਂ ਨੂੰ ਸਰਵਿਸਿਜ਼ ਦੇ ਚੁੱਕੇ ਹੋ। ਅਗਰ ਆਪਾਂ ਗੱਲ ਕਰੀਏ, ਹਰ ਇੱਕ ਬਿਲਡਰ ਤੁਹਾਡੇ ਤੋਂ ਸਰਵਿਸਿਜ਼ ਲੈਂਦਾ ਹੈਗਾ, ਤੇ ਥੋੜੀ ਜਿਹੀ ਗੱਲ ਆਪਣੇ ਕੰਪਨੀ ਬਾਰੇ ਵਿੱਚ ਦੱਸੋ ਸਾਨੂੰ। ਠੀਕ ਹੈ ਭਾਜੀ, ਆਪਣਾ ਟੱਚਸਟੋਨ ਕੈਨੇਡਾ 1993 ਦੇ ਵਿੱਚ ਐਸਟੈਬਲਿਸ਼ ਹੋਈ ਸੀ ਜੀ। ਤੇ ਆਪਾਂ ਇਹਨੂੰ 2012 ਦੇ ਵਿੱਚ ਇਹਨੂੰ ਟੇਕ ਓਵਰ ਕੀਤਾ। ਇਟ ਯੂਜ਼ਡ ਟੂ ਬੀ ਅ ਫੈਮਿਲੀ ਓਨਡ ਕੰਪਨੀ ਬਾਏ ਸਾਡੇ ਜਿਹੜੇ ਪਹਿਲੇ ਪਾਰਟਨਰ ਹੁੰਦੇ ਸੀਗੇ ਜੀ। ਫਿਰ ਅਸੀਂ ਇਹਨੂੰ ਟੇਕ ਓਵਰ ਕੀਤਾ ਅਬਾਊਟ ਜੀ 2012-13 ਦੇ ਵਿਚਕਾਰ ਹੀ ਜੀ, ਜਿਹੜੀ ਪੂਰੀ ਮਰਜਿੰਗ ਪ੍ਰੋਸੈਸ ਸੀਗੀ ਜੀ। ਉਸ ਤੋਂ ਬਾਅਦ ਅਸੀਂ ਇਹਨੂੰ 5 ਫੋਲਡ ਇਹਨੂੰ ਵਧਾਇਆ ਬਿਜ਼ਨਸ ਨੂੰ ਜੀ। ਤੇ ਆਪਾਂ ਜਿਹੜਾ ਮੇਜਰ ਸਾਡਾ ਬਿਜ਼ਨਸ ਸੀਗਾ, ਉਹ ਮੇਜਰ ਸਾਡੀ ਸਟ੍ਰੈਟੇਜੀ ਸੀਗੀ, ਉਹ ਸੀਗੀ ਕਿ ਬਿਲਡਰ ਨੂੰ ਟਾਰਗੇਟ ਕਰੀਏ, ਬਿਲਡਰ ਲਈ ਵਧੀਆ ਪ੍ਰੋਡਕਟ ਲੈ ਕੇ ਆਈਏ, ਕਿਉਂਕਿ ਮਾਰਕੀਟ ਦੇ ਵਿੱਚ ਉਸ ਵੇਲੇ ਬਹੁਤ ਵੱਡੀ ਇੱਕ ਬੂਮ ਆਈ ਸੀ, ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਕਿ ਕੰਪਨੀ ਕਿ ਮੈਨੂੰ ਵਧੀਆ ਮਿਲਿਆ ਨਾ, ਵੀ ਮੈਨੂੰ ਫਲੋਰਿੰਗ ਐਕਚੁਅਲੀ ਮੈਨੂੰ ਲੱਗਦਾ ਕਿ ਇੱਕ ਪੂਰੇ ਘਰ ਦੀ ਜਾਨ ਹੁੰਦੀ ਹੈ, ਹਨਾ ਜੀ। ਇਹਦੇ ਕਰਕੇ ਘਰ ਦੀ ਵੈਲਿਊ ਵੱਧਦੀ ਹੈ। ਜੇ ਵਧੀਆ ਫਲੋਰਿੰਗ ਹੋਗੀ ਤਾਂ ਤੁਹਾਡਾ ਘਰ ਜਲਦੀ ਛੇਤੀ ਵਿਕ ਸਕਦਾ। ਜੀ। ਜੇ ਤੁਹਾਨੂੰ ਫਲੋਰਿੰਗ ਨਹੀਂ ਵਧੀਆ ਲਾਈ, ਸਸਤੀ, ਜਾਂ ਮਤਲਬ ਜੇ ਫੈਸ਼ਨ ਦੇ ਹਿਸਾਬ ਨਾਲ ਨਹੀਂ ਲਾਈ, ਜੀ, ਫਿਰ ਉਹ ਕਿਤੇ ਹਾਂ ਵੀ ਜੋ ਰੇਟਸ ਦੇ ਵਿੱਚ, ਹਾਂ, ਕਿਉਂਕਿ ਕਾਫੀ ਇੱਥੇ ਲੋਕ ਇਨਵੈਸਟਰ ਵੀ ਨੇ। ਇੱਥੇ ਆਮ ਤੌਰ ਤੇ ਕਿਹਾ ਵੀ ਜਾਂਦਾ ਹੈ ਕਿ ਦੋਸਤੋ, ਅਸੀਂ ਜਦੋਂ ਵੀ ਘਰ ਲੈਂਦੇ ਆ ਕੋਈ, ਤਾਂ ਉਹਨੂੰ ਘੱਟੋ ਘੱਟ ਅਸੀਂ ਸੋਚਦੇ ਹਾਂ ਵੀ, ਜਿਵੇਂ ਹਰ ਇੱਕ ਸਾਡੇ ਰੀਅਲਟਰ ਵੀ ਕਹਿੰਦੇ ਨੇ, ਕੁਝ ਸਾਡੇ ਐਕਸਪਰਟਸ ਕਹਿ ਕੇ ਗਏ ਨੇ ਵੀ ਅਸੀਂ ਜਦੋਂ ਸਟਾਰਟਿੰਗ ਕਰਦੇ ਹਾਂ, ਚਾਹੇ ਅਸੀਂ ਅੱਜ 3 ਲੱਖ ਦਾ ਜਾਂ 4 ਲੱਖ ਦਾ ਘਰ ਲਈਏ, ਸਾਡੀ ਇਹ ਐਕਸਪੈਕਟੇਸ਼ਨ ਜ਼ਰੂਰ ਹੁੰਦੀਆਂ ਨੇ, ਅਸੀਂ 2-3 ਸਾਲ ਬਾਅਦ ਉਹਨੂੰ ਅਪਗ੍ਰੇਡ ਜ਼ਰੂਰ ਕਰਨਾ ਹੁੰਦਾ। ਇਸ ਕਰਕੇ ਜਿੱਦਾਂ ਬਨੀਤ ਜੀ ਨੇ ਦੱਸਿਆ ਵੀ ਫਲੋਰਿੰਗ ਇੱਕ ਬਹੁਤ ਮੈਟਰ ਕਰਦੀ ਹੈ, ਵੀ ਉਹ ਫਲੋਰਿੰਗ ਨੂੰ ਦੇਖ ਕੇ ਵੀ ਘਰ ਦੀ ਜਿਹੜੀ ਹੈਗੀ ਹੈ ਵੈਲਿਊ ਵੱਧਦੀ ਹੈ। ਘਰ ਅਗਰ ਤੁਸੀਂ ਰੀਸੇਲ ਕਰਨਾ, ਸੈਲ ਕਰਨਾ, ਜਾਂ ਤੁਸੀਂ ਬਾਏ ਕਰਨਾ, ਫਲੋਰਿੰਗ ਬਹੁਤ ਮੈਟਰ ਕਰਦੀ ਹੈ। ਅੱਛਾ ਸਰ, ਫਲੋਰਿੰਗ ਦੀ ਗੱਲ ਕਰਦੇ ਹਾਂ ਬਨੀਤ ਜੀ, ਤਾਂ ਫਲੋਰਿੰਗ ਕਿੱਡੀ ਮੈਟਰ ਕਰੇਗੀ ਆਪਾਂ ਨੂੰ ਇੱਕ ਘਰ ਦੇ ਵਿੱਚ, ਜਿਵੇਂ ਆਪਾਂ ਘਰ ਦੀ ਐਂਟਰ ਕਰਦੇ ਹਾਂ ਨਾ, ਫਲੋਰਿੰਗ ਕਿੱਡੀ ਮੈਟਰ ਕਰਦੀ ਹੈ ਇੱਕ ਭਾਈ? ਫਲੋਰਿੰਗ ਹੀ ਮੈਜੋਰਿਟੀ ਪਾਰਟ ਹੁੰਦਾ ਡਿਸੀਜਨ ਮੇਕਿੰਗ ਦੇ ਵਿੱਚ, ਜਦੋਂ ਕਸਟਮਰ ਘਰ ਦੇ ਅੰਦਰ ਐਂਟਰ ਕਰਦਾ ਜੀ। ਕਿਉਂਕਿ ਜੇ ਫਲੋਰਿੰਗ ਰੰਗ ਦੇ ਬਰਾਬਰ ਨਾ ਹੋਵੇ, ਉਹਦੇ ਚੀਜ਼ ਜੇ ਆਪਾਂ ਐਕਸਪੈਕਟ, ਕਸਟਮਰ ਅੱਜ ਕੱਲ੍ਹ ਜਿਹੜੇ ਮੈਜੋਰਿਟੀ ਜਿਹੜੇ ਕਰਦੇ ਆ, ਉਹ ਹਾਰਡ ਫਲੋਰਸ ਜ਼ਿਆਦਾ ਐਕਸਪੈਕਟ ਕਰਦੇ ਘਰ ਦੇ ਵਿੱਚ, ਰਾਦਰ ਦੈਨ ਕਾਰਪੇਟ ਜਿਹੜੇ ਉਹ ਮੈਜੋਰਿਟੀ ਉਹ ਚਾਹੁੰਦੇ ਕਿ ਮੇਨ ਸੈਕੰਡ ਫਲੋਰ ਤੇ ਵੀ ਜਿੱਥੇ ਬੈਡਰੂਮਸ ਹੁੰਦੇ ਆ। ਫਲੋਰ ਸਰ ਹੁੰਦਾ ਕਿੰਨੀ ਦਾ ਪਹਿਲਾਂ ਮੈਂ, ਕਿਉਂਕਿ ਸਾਡੇ ਦਰਸ਼ਕ, ਕਿਉਂਕਿ ਜਿਨ੍ਹਾਂ ਨੇ ਨਵਾਂ ਘਰ ਲੈਣਾ ਹੁੰਦਾ ਹੈ ਨਾ, ਉਹਨਾਂ ਦੇ ਲਈ, ਕਿਉਂਕਿ ਜਿਹੜੇ ਫਸਟ ਟਾਈਮ ਬਾਇਰ ਦੀ ਗੱਲ ਕਰਦੇ ਆ, ਤਾਂ ਫਲੋਰਿੰਗ ਦਾ ਜਿਹੜਾ ਸਿਸਟਮ ਹੁੰਦਾ ਵੀ ਗਰਾਊਂਡ ਫਲੋਰ ਤੋਂ, ਕਿਉਂਕਿ ਅਗਰ ਆਪਾਂ ਨਿਊਲੀ ਬਿਲਟ ਦੀ ਗੱਲ ਕਰੀਏ ਤਾਂ ਉੱਥੇ ਗਰਾਊਂਡ ਫਲੋਰ ਜਿਹੜਾ ਬੇਸਮੈਂਟ ਹੁੰਦੀ ਹੈ ਫਿਨਿਸ਼ ਨਹੀਂ ਹੁੰਦੀ। ਅਗਰ ਆਪਾਂ ਜਿਹੜਾ ਹੈਗਾ ਰੀਸੇਲ ਦੀ ਗੱਲ ਕਰੀਏ, ਉੱਥੇ ਤਿਆਰ ਹੁੰਦਾ। ਤਾਂ ਘਰ ਦੀ ਫਲੋਰਿੰਗ ਕਿੱਦਾਂ ਤੁਸੀਂ ਕਹਿੰਦੇ ਹੋ ਵੀ ਘਰ ਦੀ ਫਲੋਰਿੰਗ ਕਿੱਦਾਂ ਹੁੰਦੀ ਹੈ ਅਗਰ ਬੇਸਮੈਂਟ ਤੋਂ ਸਟਾਰਟ ਕਰੀਏ ਆਪਾਂ? ਭਾਈ ਇੱਦਾਂ ਹੈ, ਜਿਵੇਂ ਗਰਾਊਂਡ ਫਲੋਰ ਆ ਜੀ, ਉਹਦੇ ਵਿੱਚ ਲੋਕੀ ਹਾਰਡ ਫਲੋਰ ਜ਼ਿਆਦਾ, ਜਿਹੜੇ ਰਿਜਿਡ ਫਲੋਰਸ ਹੁੰਦੇ ਆ ਉਹ ਜ਼ਿਆਦਾ ਚਾਹੁੰਦੇ ਆ।
ਜਿਹੜੇ ਵੁੱਡ ਫਿਨਿਸ਼ਿੰਗ ਵੁੱਡ ਹੋ ਗਈ, ਹਾਰਡਵੁੱਡ ਉਹ 'ਚੋਂ ਆ ਜਾਂਦੀ ਹੈ, ਉਹ 'ਚ ਲੈਮੀਨੇਟ ਆ ਜਾਂਦੀ ਹੈ, ਉਹ 'ਚ ਵਾਈਨਲ ਆ ਜਾਂਦਾ ਹੈ ਜੀ, ਉਹ 'ਚ ਆਪਣਾ ਟਾਈਲਾਂ ਆ ਜਾਂਦੀਆਂ ਜੀ। ਤੇ ਜੇ ਗੱਲ ਕਰੀਏ ਆਪਾਂ ਸੈਕੰਡ ਫਲੋਰ ਦੀ, ਜਿੱਥੇ ਬੈਡਰੂਮਸ ਹੁੰਦੇ ਆ, ਉੱਥੇ ਲੋਕੀ ਕਸਟਮਰ ਜਿਹੜੇ ਹੈਗੇ ਆ ਉਹ ਕਾਰਪੇਟ ਜ਼ਿਆਦਾ ਪ੍ਰੈਫਰ ਕਰਦੇ ਆ, ਰਾਈਟ, ਕਿਉਂਕਿ ਠੰਡ ਦਾ ਇੱਥੇ ਤੁਹਾਨੂੰ ਪਤਾ ਹੀ ਆ, ਠੰਡ ਦਾ ਬਿਲਕੁਲ ਜੀ। ਤੇ ਜਦੋਂ ਉਹਨਾਂ ਨੇ ਸਵੇਰੇ ਵਾਕ ਕਰਨਾ, ਉਹ ਚਾਹੁੰਦੇ ਕਿ ਭਈ ਜ਼ਿਆਦਾ ਠੰਡਾ ਫਲੋਰ ਨਾ ਹੋਵੇ, ਕਿਉਂਕਿ ਜੇ ਆਪਾਂ ਲਾਉਂਦੇ ਆ ਟਾਈਲਾਂ ਉਹ ਫਿਰ ਠੰਡੀਆਂ ਹੁੰਦੀਆਂ ਹੀ ਹੁੰਦੀਆਂ। ਰਾਈਟ ਜੀ, ਰਾਈਟ। ਹਾਰਡਵੁੱਡ ਦਾ ਇਹ ਪੰਗਾ ਹੈਗਾ ਠੰਡ ਦੇ ਵਿੱਚ ਕਿ ਉਹ ਇਟਸ ਅ ਲੋਟ ਆਫ ਮੇਨਟੇਨੈਂਸ, ਉਹਦੇ ਵਿੱਚ ਤੁਹਾਨੂੰ ਹਿਊਮਿਡਿਟੀ ਮੇਨਟੇਨ ਕਰਨੀ ਪੈਂਦੀ ਹੈ, ਹੀਟ ਮੇਨਟੇਨ ਕਰਨੀ ਪੈਂਦੀ ਹੈ। ਜੀ ਜੀ ਜੀ। ਇਸ ਕਰਕੇ ਜਿਹੜਾ ਕਾਰਪੇਟ ਥੋੜਾ ਜਿਹਾ ਕੰਫਰਟੇਬਲ ਵੀ ਫੀਲ ਹੁੰਦਾ, ਬੰਦਾ ਸਵੇਰੇ ਕੰਫਰਟੇਬਲ ਵੀ ਹੈ ਤੇ ਇਕਨੋਮਿਕਲ ਵੀ ਹੈ ਉਹਦਾ। ਇਕਨੋਮਿਕਲ ਵੀ ਹੈ। ਜੇ ਆਪਾਂ ਹਾਰਡਵੁੱਡ ਦੀ ਗੱਲ ਕਰੀਏ, ਟਾਇਲ ਦੀ, ਇਹ ਐਕਸਪੈਂਸਿਵ ਆਪਸ਼ਨਸ ਨੇ। ਜੀ ਜੀ ਜੀ। ਇਸ ਕਰਕੇ ਮੈਜੋਰਿਟੀ ਜਿਹੜਾ ਕਸਟਮਰ ਹੈ ਇਸ ਵੇਲੇ ਹਾਰਡਵੁੱਡ ਹੋ ਗਿਆ ਜਾਂ ਟਾਇਲਸ ਹੋ ਗਿਆ, ਉਹ ਮੇਨ ਫਲੋਰ ਤੇ ਜ਼ਿਆਦਾ ਲਾਉਂਦੇ ਆ। ਮੇਨ ਫਲੋਰ ਤੇ ਜੀ। ਤੇ ਗੱਲ ਆਪਾਂ ਜੇ ਕਰੀਏ ਬੇਸਮੈਂਟ ਦੀ, ਮੈਜੋਰਿਟੀ ਇਸ ਵੇਲੇ ਜਿਹੜੀ ਫਲੋਰਿੰਗ ਜਾ ਰਹੀ ਹੈ ਉਹ ਵਾਈਨਲ ਜਾ ਰਹੀ ਹੈ। ਵਾਈਨਲ ਜਾ ਰਹੀ ਹੈ। ਵਾਈਨਲ 'ਚ ਇਹ ਫਾਇਦਾ ਭਾਜੀ, ਇੱਕ ਤਾਂ ਵਾਟਰਪ੍ਰੂਫ ਆ ਜੀ, ਦੂਜਾ ਉਹਦਾ ਇਹ ਫਾਇਦਾ ਹੈਗਾ ਕਿ ਬਈ ਸਕ੍ਰੈਚ ਰੈਸਿਸਟੈਂਟ ਆ ਜੀ, ਦੂਜਾ ਉਹਦੇ ਜੇ ਕੱਲ ਨੂੰ ਸਕ੍ਰੈਚ ਪੈ ਜਾਂਦਾ ਈਜ਼ੀ ਟੂ ਰਿਪਲੇਸ ਆ। ਓਕੇ, ਉਹਨੂੰ ਤੁਸੀਂ ਪੱਟ ਕੇ ਨਾ ਈਜ਼ੀਲੀ ਜਿਹੜੀ ਵੀ ਬਿਜ਼ੀ ਫੈਮਿਲੀਜ਼ ਨੇ, ਜਿੱਦਾਂ ਹੋ ਗਈਆਂ ਆਪਣੀਆਂ ਬਿਜ਼ੀ ਫੈਮਿਲੀਜ਼ ਹੋ ਗਈਆਂ, ਜਿਹਦੇ ਕਿ ਬੱਚੇ ਆ, ਉਹਨਾਂ ਲਈ ਵਾਈਨਲ ਫਲੋਰਿੰਗ ਸਭ ਤੋਂ ਬੈਸਟ ਆ, ਕਿਉਂਕਿ ਬੱਚੇ ਨੇ ਖੇਡਣਾ ਫਲੋਰ ਦੇ ਉੱਤੇ, ਰਾਈਟ, ਠੀਕ ਹੈ, ਸਕ੍ਰੈਚ ਨਹੀਂ ਪੈਂਦੇ। ਲੋਕਾਂ ਦਾ ਇੱਥੇ ਪੈਟਸ ਰੱਖਣ ਦਾ ਵੀ ਬਹੁਤ ਸ਼ੌਂਕ ਹੈਗਾ, ਪੈਟਸ ਲਈ ਵੀ ਸਭ ਤੋਂ ਵਧੀਆ ਵਾਈਨਲ ਕਿਉਂਕਿ ਅਸੀਂ ਕਈ ਦਫਾ ਦੇਖਦੇ ਹਾਂ ਵੀ ਅਸੀਂ ਜਦੋਂ ਕਿਸੇ ਦੇ ਘਰੇ ਜਾਂਦੇ ਆ, ਸਪੋਜ਼ ਉੱਥੇ ਨਾ ਸਕ੍ਰੈਚਸ ਪਏ ਹੁੰਦੇ ਨੇ, ਕਿਸੇ ਨੇ ਪੈਟਸ ਰੱਖੇ ਹੁੰਦੇ ਨੇ, ਕਿਉਂਕਿ ਉਹਨਾਂ ਦੇ ਨੇਲਸ ਦੇ ਸਕ੍ਰੈਚਸ ਹੁੰਦੇ ਨੇ, ਤੇ ਉਹਦਾ ਕੀ ਸੋਲੂਸ਼ਨ ਹੈਗਾ ਉਹਦੇ ਲਈ? ਕੋਈ ਅਪਡੇਟਡ ਕੁਝ ਜਿਹੜੀ ਪੈਟ ਫ੍ਰੈਂਡਲੀ ਫਲੋਰਿੰਗ ਇਸ ਵੇਲੇ ਹੈਗੀ ਆ, ਉਹ ਸਭ ਤੋਂ ਬੈਸਟ ਜਾਂ ਤਾਂ ਟਾਈਲਸ ਨੇ ਜਾਂ ਵਾਈਨਲ ਫਲੋਰਿੰਗ ਜੀ। ਇਹਨਾਂ ਦੋਨਾਂ ਦੇ ਵਿੱਚ ਹੀ ਲੋਕੀ ਜ਼ਿਆਦਾ ਡਿਸੀਜਨ ਮੇਕਿੰਗ ਕਰਦੇ ਆ। ਹਾਰਡਵੁੱਡ ਜਿਹੜੀ ਆ ਉਹ ਪ੍ਰੋਨ ਟੂ ਸਕ੍ਰੈਚਸ ਆ, ਉਹ ਸਕ੍ਰੈਚ ਬੜੇ ਛੇਤੀ ਪੈ ਜਾਂਦੇ ਆ। ਤੇ ਜੀ ਜੀ, ਉਦਾਂ ਲੈਮੀਨੇਟ ਇਜ਼ ਗੁੱਡ ਆਪਸ਼ਨ, ਬਟ ਲੈਮੀਨੇਟ ਦਾ ਜਿਹੜਾ ਸਭ ਤੋਂ ਵੱਡਾ ਡਰਾਬੈਕ ਹੈ ਉਹ ਹੈਗਾ ਕਿ ਉਹ ਵਾਟਰਪ੍ਰੂਫ ਨਹੀਂ ਹੈਗੀ। ਜਿੱਦਾਂ ਹੀ ਪਾਣੀ ਉੱਤੇ ਗਿਰੇ ਉਹਨੇ ਫੁੱਲ ਜਾਣੀ ਹੈ ਤੇ ਬੇਕਾਰ ਹੋ ਜਾਣੀ ਹੈ, ਫਿਰ ਤੁਹਾਨੂੰ ਰੀਪਲੇਸ ਕਰਨੀ ਪੈਣੀ ਹੈ। ਜੀ ਜੀ। ਹੁੰਦੀ ਸਸਤੀ ਹੈ ਵੁੱਡ ਨਾਲੋਂ, ਇਮੀਡੀਏਟ ਵੀ ਕਰਦੀ ਹੈ ਵੁੱਡ ਦੀ ਲੁੱਕ, ਪਰ ਜਿਹੜੀ ਲੈਮੀਨੇਟ ਹੈ ਉਹਦਾ ਸਭ ਤੋਂ ਵੱਡਾ ਡਰਾਬੈਕ ਇਹ ਹੈ ਕਿ ਜੇ ਉੱਥੇ ਕੁਝ ਵੀ ਪਾਣੀ, ਜੂਸ, ਕੁਝ ਵੀ ਡਿੱਗਿਆ ਉਸੇ ਵੇਲੇ ਡੈਮੇਜ ਆਉ। ਓਕੇ, ਇਹ ਚੀਜ਼ਾਂ ਦਾ ਕਿਉਂਕਿ ਇੱਥੇ ਗਲਤੀਆਂ, ਕਿਉਂਕਿ ਅਸੀਂ ਜਦੋਂ ਦੋਸਤੋ ਘਰ ਬਣਾਉਂਦੇ ਆ ਤਾਂ ਇਹ ਚੀਜ਼ਾਂ ਸਾਨੂੰ ਅੱਜ ਜਿਹੜੀ ਗੱਲਬਾਤ ਸਾਡੇ ਨਾਲ ਬਨੀਤ ਸਿੰਘ ਜੀ ਅੱਜ ਜੁੜੇ ਨੇ, ਟੱਚਸਟੋਨ ਫਲੋਰਿੰਗ ਤੋਂ ਜੁੜੇ ਹੋਏ ਨੇ, ਕਿ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਤੁਸੀਂ ਸਾਡੇ ਘਰ ਦੀ ਜਿਹੜੀ ਫਲੋਰਿੰਗ ਹੈ ਸਾਨੂੰ ਕਿਸ ਤਰ੍ਹਾਂ ਦੇ ਨਾਲ ਸਾਨੂੰ ਕਰਵਾਉਣੀ ਚਾਹੀਦੀ ਹੈ, ਜਾਂ ਫਿਰ ਅਗਰ ਤੁਸੀਂ ਕੋਈ ਜਿਹੜਾ ਹੈਗਾ ਸੈਕਿੰਡ ਜਿਹੜਾ ਹੈਗਾ ਓਨਰ ਬਣਨ ਜਾ ਰਹੇ ਹੋ, ਜਾਂ ਫਿਰ ਤੁਸੀਂ ਜਿਹੜਾ ਹੈਗਾ ਇੱਕ ਰੀਸੇਲ ਦੇ ਵਿੱਚ ਘਰ ਲੈ ਰਹੇ ਹੋ, ਤਾਂ ਉਹਦੀ ਫਲੋਰਿੰਗ ਨੂੰ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਫਲੋਰਿੰਗ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈਗੀ ਹੈ, ਤੁਸੀਂ ਕਾਰਪੇਟ ਕਰਵਾਉਣਾ ਚਾਹੁੰਦੇ ਹੋ, ਵਾਈਨਲ ਕਰਵਾਉਣਾ ਚਾਹੁੰਦੇ ਹੋ, ਵੁੱਡ ਦੀ ਤੁਸੀਂ ਹਨਾ ਵੁੱਡ ਲੁੱਕ ਦੀ ਤੁਸੀਂ ਫਲੋਰਿੰਗ ਕਰਾਉਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਐਰੀ ਹੈਗੀ ਹੈ, ਸਾਨੂੰ ਕਮੈਂਟ ਕਰੋ, ਸਾਡੇ ਐਕਸਪਰਟਸ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ, ਜਾਂ ਫਿਰ ਟੱਚਸਟੋਨ ਫਲੋਰਿੰਗ ਨੂੰ ਜਾ ਕੇ ਤੁਸੀਂ ਇਹਨਾਂ ਦੇ ਨਾਲ ਕੰਸਲਟ ਕਰ ਸਕਦੇ ਹੋ। ਇਹ ਤੁਹਾਨੂੰ ਪੂਰਾ ਗਾਈਡ ਕਰ ਸਕਦੇ ਨੇ ਕਿ ਕਿਸ ਢੰਗ ਦੇ ਨਾਲ ਤੁਹਾਡੀ ਹੈਗੀ ਹੈ ਜਿਹੜੀ ਫਲੋਰਿੰਗ ਹੋਣੀ ਜ਼ਰੂਰੀ ਹੈ। ਅੱਛਾ ਸਰ, ਤੁਹਾਡਾ ਜਿਹੜਾ ਇੱਕ ਮਾਰਕੀਟ ਦੇ ਵਿੱਚ ਨਾਮ ਬਣਿਆ ਹੋਇਆ, ਐਡਾ ਜ਼ਿਆਦਾ ਇੱਕ ਬ੍ਰਾਂਡ ਹੈਗਾ, ਉਹ ਕਿਸ ਢੰਗ ਦੇ ਨਾਲ ਤੁਸੀਂ ਮੇਨਟੇਨ ਕੀਤਾ? ਕਿਉਂਕਿ ਇੱਕ ਬ੍ਰਾਂਡ ਬਣਾਉਣਾ ਕਹਿ ਦਿੰਦੇ ਵੀ ਮੁਸ਼ਕਿਲ ਹੁੰਦਾ, ਲੇਕਿਨ ਉਹਨੂੰ ਮੇਨਟੇਨ ਕਰਨਾ ਉਸ ਤੋਂ ਵੀ ਜ਼ਿਆਦਾ ਮੁਸ਼ਕਿਲ ਕੰਮ ਹੁੰਦਾ। ਬਿਲਕੁਲ, ਬਹੁਤ ਵਧੀਆ। ਉਹ ਤੁਸੀਂ ਕਿੱਦਾਂ ਮੇਨਟੇਨ ਕੀਤਾ ਹੋਇਆ? ਹਰ ਸਭ ਤੋਂ ਜਿਹੜੀ ਮੇਨ ਚੀਜ਼ ਹੈ ਨਾ ਕਿਸੇ ਵੀ ਕੰਪਨੀ ਨੂੰ ਰੀਟੇਨ ਕਰਨ ਲਈ, ਉਹ ਹੁੰਦੀ ਸਰਵਿਸ ਜੀ। ਤੁਸੀਂ ਪ੍ਰੋਡਕਟ ਪ੍ਰਾਈਸਿੰਗ ਨਾਲ ਤੁਸੀਂ ਕਸਟਮਰ ਲੈ ਕੇ ਆ ਸਕਦੇ ਹੋ, ਰਾਈਟ, ਈਵਨ ਪ੍ਰੋਡਕਟ ਨਾਲ ਤੁਸੀਂ ਕਸਟਮਰ ਲੈ ਕੇ ਆ ਸਕਦੇ ਹੋ, ਪਰ ਰੀਟੇਨ ਕਰਨ ਲਈ ਤੁਹਾਨੂੰ ਸਰਵਿਸ ਦੇਣੀ ਪੈਣੀ ਹੈ। ਕਿਉਂਕਿ ਖਾਸ ਕਰ ਜਿਹੜੇ ਆਪਣੇ ਬਿਲਡਰਸ ਨੇ ਜੀ, ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇੱਕ ਇੱਕ ਘਰ ਦੇ ਵਿੱਚ ਜਾ ਕੇ ਦੇਖਣ ਵੀ ਫਲੋਰਿੰਗ ਕਿੱਦਾਂ ਪਈ ਕਿ ਨਹੀਂ ਪਈ, ਸਿਲੈਕਸ਼ਨ ਹੋਈ ਕਿ ਨਹੀਂ ਹੋਈ ਜੀ। ਜਿਹੜਾ ਸਾਡਾ ਮੇਨ ਇਸ ਵੇਲੇ ਫੋਰਟੇ ਜਿਹੜੀ ਐਕਸਪਰਟੀਜ਼ ਹੈ ਉਹ ਹੈਗੀ ਸਰਵਿਸ ਵਿੱਚ। ਰਾਈਟ, ਤੇ ਸਰਵਿਸ ਦੇ ਵਿੱਚ ਜਿਹੜੇ ਸਾਡੇ ਸੇਲਸ ਪਰਸਨ ਨੇ ਜੀ, ਉਹ ਪ੍ਰੋਸੈਸ ਸੇਲਸ ਪਰਸਨ ਤੋਂ ਸ਼ੁਰੂ ਹੋ ਕੇ ਕੁਆਲਿਟੀ ਮੈਨੇਜਰ ਤੱਕ ਖਤਮ ਹੁੰਦਾ। ਰਾਈਟ, ਸੇਲਸ ਪਰਸਨ ਜਿਹੜੇ ਨੇ ਉਹ ਇਨਵੋਲਵ ਹੁੰਦੇ ਆ ਤੁਹਾਡੇ ਸਿਲੈਕਸ਼ਨ ਲਈ। ਕਸਟਮਰ ਜਦੋਂ ਤੁਸੀਂ ਬਿਲਡਰ ਭੇਜਦਾ ਵਿੱਚ ਚੂਜ਼ ਕਰਕੇ ਆਓ ਫਲੋਰਿੰਗ, ਉਹ ਸਾਡੀ ਗਾਈਡ ਕਰਦੇ ਵੀ ਤੁਹਾਡੇ ਲਈ ਇਹ ਵਧੀਆ ਹੈ ਜੀ, ਤੇ ਬਿਲਡਰ ਦੇ ਬਜਟ ਦੇ ਅਨੁਸਾਰ ਆਪਾਂ ਫਲੋਰਿੰਗ ਦਿਖਾਈ ਦੀ ਹੈ ਜੀ ਜੀ ਜੀ। ਤੇ ਉਸ ਉੱਥੋਂ ਸ਼ੁਰੂ ਹੋ ਕੇ ਫਿਰ ਆ ਜਾਂਦਾ ਜੀ ਇੰਸਟਾਲੇਸ਼ਨ ਮੋਡ। ਰਾਈਟ, ਫਿਰ ਆਪਾਂ ਮੇਕ ਸ਼ੋਰ ਕਰਨ ਵੀ ਸਾਡੇ ਕੁਆਲਿਟੀ ਮੈਨੇਜਰ ਮੇਕ ਸ਼ੋਰ ਕਰਨ ਕਿ ਵੀ ਜੌਬ ਸਾਈਟ ਤੇ ਜਾ ਰਹੇ ਹੈ ਜੀ, ਕੁਆਲਿਟੀ ਚੈੱਕ ਹੁੰਦੇ ਰਹੇ। ਹੁਣ ਕੁਆਲਿਟੀ ਆਪਾਂ 3 ਵਾਰੀ ਚੈੱਕ ਕਰਦੇ ਹਾਂ। ਇੱਕ ਵਾਰੀ ਸਾਈਟ ਜਾਣ ਤੋਂ ਪਹਿਲਾਂ ਮੇਕ ਸ਼ੋਰ ਕਰੀਦਾ ਕਿ ਬਈ ਸਾਈਟ ਕਲੀਨ ਆ, ਕੋਈ ਐਦਾਂ ਅਨਈਵਨ ਫਲੋਰ ਤਾਂ ਨਹੀਂ, ਸਭ ਫਲੋਰ ਜੀ ਪਹਿਲਾਂ ਠੀਕ ਕਰਾ ਦਈਏ, ਇਹ ਕੰਕਰੀਟ ਉੱਤੇ ਥੱਲੇ ਨਾ ਹੋਵੇ ਜੀ। ਉਸ ਵੇਲੇ ਫਿਰ ਇੱਕ ਵਾਰੀ ਜਾਂਦਾ ਜਦੋਂ ਇੰਸਟਾਲੇਸ਼ਨ ਹੋ ਰਹੀ ਹੁੰਦੀ ਹੈ। ਰਾਈਟ, ਮੇਕ ਸ਼ੋਰ ਕਿ ਬਈ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਇੰਸਟਾਲੇਸ਼ਨ ਦੇ ਵਿੱਚ ਜੀ, ਕੋਈ ਚੀਜ਼ ਅਪ ਐਂਡ ਡਾਊਨ ਹੈ ਤੁਹਾਨੂੰ ਫਿਕਸ ਕਰਾ ਦਈਏ ਤਾਂ ਕਿ ਬਾਅਦ ਚੋਂ ਕਸਟਮਰ ਨੂੰ ਨਾ ਪ੍ਰੋਬਲਮ ਆਵੇ। ਰਾਈਟ, ਫਿਰ ਅਸੀਂ ਇੱਕ ਵਾਰੀ ਹੋਰ ਕੁਆਲਿਟੀ ਮੈਨੇਜਰ ਭੇਜੀਦਾ ਜਦੋਂ ਸਾਰਾ ਕੁਝ ਡਨ ਹੋ ਜੇ ਜੀ। ਫਿਰ ਆਪਾਂ ਵਾਕ ਥਰੂ ਕਰੀਦੀ ਬਿਲਡਰ ਦੇ ਨਾਲ ਕਿ ਵੀ ਕੋਈ
ਤੁਹਾਨੂੰ ਪ੍ਰੋਬਲਮ ਤਾਂ ਨਹੀਂ ਕੋਈ ਇਦਾਂ ਹੁੰਦਾ ਕੋਈ ਵੀ ਤੁਹਾਨੂੰ ਹੋਏ ਤੁਹਾਨੂੰ ਤੁਸੀਂ ਸਾਨੂੰ ਹੁਣੇ ਦੱਸ ਦਿਓ ਜੀ ਤਾਂ ਕਿ ਆਪਾਂ ਰਾਈਟ ਵੇ ਰਿਜ਼ੋਲਵ ਕਰਾ ਦਈਏ ਕਿ ਕਸਟਮਰ ਤੋਂ ਬਾਅਦ ਦੇ ਵਿੱਚ ਕਸਟਮਰ ਨਾ ਬੋਲੇ। ਹਾਂਜੀ ਰਾਈਟ ਮਤਲਬ ਇੰਨੀ ਜ਼ਿਆਦਾ ਜਿਹੜੀ ਹੈਗੀ ਹੈ ਇਹਨਾਂ ਦੇ ਨਾਲ ਡੀਪਲੀ ਇੱਕ ਜਦੋਂ ਇਹਨਾਂ ਦੀ ਫਲੋਰਿੰਗ ਦੀ ਗੱਲ ਕੀਤੀ ਜਾਂਦੀ ਹੈ, ਫਲੋਰਿੰਗ ਜਿਹੜੀ ਹੈਗੀ ਹੈ ਕਿਸੇ ਨੂੰ ਵੀ ਸਰਵਿਸਿਜ਼ ਦਿੰਦੇ ਆ ਤਾਂ ਇਹਨਾਂ ਦੇ ਐਕਸਪਰਟਸ ਵੱਲੋਂ ਵਾਰ-ਵਾਰ ਉਹਨੂੰ ਜਿਹੜਾ ਹੈਗਾ ਪਿੰਚ ਕਰਕੇ ਚੈੱਕ ਕਰਿਆ ਜਾਂਦਾ ਹੈ ਕਿ ਕਿਤੇ ਫਲੋਰਿੰਗ ਦੇ ਵਿੱਚ ਕੋਈ ਕਮੀ ਤਾਂ ਨਹੀਂ ਹੈ, ਚਾਹੇ ਕੰਸਟਰਕਸ਼ਨ ਲੈਵਲ ਦੀ ਗੱਲ ਕਰ ਲਈਏ, ਚਾਹੇ ਜਦੋਂ ਰੈਨੋਵੇਸ਼ਨ ਜਦੋਂ ਕੰਸਟਰਕਸ਼ਨ ਤੋਂ ਬਾਅਦ ਜਦੋਂ ਫਾਈਨਲ ਤੇ ਆ ਜਾਂਦਾ ਹੈ ਜਾਂ ਫਿਰ ਜਦੋਂ ਬਿਲਡਰ ਫਾਈਨਲ ਕਰ ਦਿੰਦਾ ਉਸ ਤੋਂ ਬਾਅਦ ਜਾਂ ਫਿਰ ਜਦੋਂ ਪੋਜੈਸ਼ਨ ਦੀ ਗੱਲ ਹੁੰਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਦੋਸਤੋ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਬਿਜ਼ਨਸ ਦੇ ਵਿੱਚ ਸਰਵਿਸਿਜ਼ ਦੇਣਾ। ਅਸੀਂ ਕੋਈ ਚੀਜ਼ ਲੈ ਤਾਂ ਲੈਂਦੇ ਹਾਂ ਜਾਂ ਅਗਰ ਅਸੀਂ ਕੋਈ ਬਿਜ਼ਨਸਮੈਨ ਹੈਗੇ ਆ ਅਸੀਂ ਵੇਚਣੀ ਬੜੀ ਸੌਖੀ ਕਰ ਲੈਂਦੇ ਹਾਂ ਸਭ ਕੁਝ ਹੈ, ਲੇਕਿਨ ਉਹਨੂੰ ਸਰਵਿਸ ਦੇਣਾ ਮੇਨਟੇਨ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਉਹ ਜਿਹੜੀ ਸਰਵਿਸਿਜ਼ ਹੈਗੀਆਂ ਨੇ ਉਹ ਤੁਹਾਨੂੰ ਟੱਚਸਟੋਨ ਫਲੋਰਿੰਗ ਤੋਂ ਤੁਹਾਨੂੰ ਮਿਲ ਸਕਦੀਆਂ ਨੇ। ਅੱਛਾ ਸਰ, ਜਿਹੜੀ ਫਲੋਰਿੰਗ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਕੁਆਲਿਟੀ ਦੀ ਤੁਸੀਂ ਗੱਲ ਕੀਤੀ ਹੈਗੀ ਵੀ ਕੁਆਲਿਟੀ ਬਹੁਤ ਮੈਟਰ ਕਰਦੀ ਹੈਗੀ ਹੈ, ਤਾਂ ਫਲੋਰਿੰਗ ਦੇ ਵਿੱਚ ਅਸੀਂ ਕਿਹਨਾਂ ਕੁਆਲਿਟੀਜ਼ ਦੇ ਉੱਤੇ ਲਾਈਕ ਪ੍ਰਾਈਸਿੰਗ ਦੀ ਗੱਲ ਕਰ ਤਾਂ ਹੁਣ ਬੰਦਾ ਕਹਿੰਦਾ ਵੀ ਯਾਰ ਵੀ ਜਿਹੜਾ ਜ਼ਿਆਦਾ ਮਹਿੰਗਾ ਹੈਗਾ ਤਾਂ ਅਗਰ ਮੈਂ ਜ਼ਿਆਦਾ ਕੁਆਲਿਟੀ ਤੇ ਜਾਊਂਗਾ ਵੀ ਮੇਰੀ ਜਿਹੜਾ ਪੈਸਾ ਬਹੁਤ ਲੱਗ ਜਾਏਗਾ। ਕੋਈ ਇਦਾਂ ਦੀਆਂ ਆਪਸ਼ਨਸ ਹੁੰਦੀਆਂ ਨੇ ਕਿ ਇੱਕ ਬੰਦੇ ਦਾ ਪੈਸਾ ਵੀ, ਕਿਉਂਕਿ ਇੱਥੇ ਮਿਹਨਤਾਂ ਨਾਲ ਪੈਸੇ ਕਮਾਏ ਹੋਏ ਨੇ, ਵੀ ਪੈਸਾ ਵੀ ਜ਼ਿਆਦਾ ਨਾ ਹੋਵੇ। ਇੱਕ ਚੀਜ਼ ਹੈਗੀ ਵੀ ਯਾਰ ਇੱਕ ਤਾਂ 10 ਰੁਪਏ ਦੀ ਲਾ ਲਓ ਜੀ ਇਹ ਠੀਕ ਹੈਗੀ, ਇੱਕ 100 ਰੁਪਏ ਦੀ ਹੈਗੀ ਜੀ ਇਹ ਤਾਂ ਬਹੁਤ ਵਧੀਆ ਹੈਗੀ ਤਾਂ ਲੋਕੀ ਫਿਰ ਉੱਥੇ ਡਰਦੇ ਨੇ ਵੀ ਮੈਂ ਜਿਹੜੀ 10 ਵਾਲੀ ਚੀਜ਼ ਹੈ ਮੈਂ 100 'ਚ ਕਿੱਦਾਂ ਲਗਾ ਸਕਦਾ, ਤਾਂ ਉੱਥੇ ਕੰਪਰੋਮਾਈਜ਼ ਕਰਨਾ ਪੈਂਦਾ ਕਲਾਇੰਟ ਨੂੰ। ਤਾਂ ਤੁਸੀਂ ਕੋਈ ਇਦਾਂ ਦੀ ਚੀਜ਼ ਗਾਈਡ ਕਰ ਸਕਦੇ ਹੋ ਕਿ ਇੱਕ ਜਿਹੜਾ 10 ਦੀ ਜਗ੍ਹਾ ਉਹ 12 ਲਗਾਵੇ, 10 ਦੀ ਜਗ੍ਹਾ ਉਹਨੂੰ 100 ਨਾ ਲਗਾਉਣਾ ਪਵੇ, ਤਾਂ ਉਹਦੇ ਵਿੱਚ ਕੀ ਹੈ ਕਿ ਇੱਕ ਕੁਆਲਿਟੀ ਵੀ ਵਧੀਆ ਮੇਨਟੇਨ ਹੋ ਸਕੇ। ਇਦਾਂ ਦੀਆਂ ਕੁਝ ਆਪਸ਼ਨ ਜਾਂ ਟੱਚ ਟੋਨ ਫਲੋਰਿੰਗ ਵੱਲੋਂ ਇਦਾਂ ਦੀ ਕੋਈ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ? ਭਾਈ ਇਸ ਵੇਲੇ ਕੁਆਲਿਟੀ ਦੀ ਜੇ ਆਪਾਂ ਗੱਲ ਕਰੀਏ, ਜਿਹੜੇ ਮੇਨ ਜਦੋਂ ਕਸਟਮਰ ਕੋਈ ਵੀ ਆਉਂਦਾ ਫਲੋਰਿੰਗ ਲਈ ਉਹਨਾਂ ਦਾ ਮੇਨ ਕੰਸਰਨ ਹੁੰਦਾ ਕਿ ਉਹਨੂੰ ਡਿਊਰੇਬਲ ਫਲੋਰਿੰਗ ਚਾਹੀਦੀ ਆ, ਰਾਈਟ, ਜਿਹੜੀ ਕਿ ਇੱਕ ਤਾਂ ਲੌਂਗ ਟਰਮ ਚੱਲੇ, ਰਾਈਟ, ਜਿਸ 'ਚ ਸਕ੍ਰੈਚ ਕੱਟ ਪੈਣ ਜੀ। ਤੇ ਹੁਣ ਮੈਜੋਰਿਟੀ ਕੁਐਸਚਨ ਜਿਹੜੇ ਕਸਟਮਰ ਅੱਜ ਕੱਲ੍ਹ ਬਹੁਤ ਐਜੂਕੇਟਡ ਆ ਗੂਗਲ ਦੇ ਕਰਕੇ, ਕਿਉਂਕਿ ਉਹ ਆਪਣਾ ਹੋਮਵਰਕ ਕਰਕੇ ਆਉਂਦੇ ਆ ਜੀ। ਮਤਲਬ ਹੁਣ ਸਾਡੀ ਜਿਹੜੀ ਜੌਬ ਉਹ ਈਜ਼ੀ ਹੋ ਜਾਂਦੀ ਹੈ ਕਿਉਂਕਿ ਸਾਨੂੰ ਐਕਸਪਲੇਨ ਘੱਟ ਕਰਨਾ ਪੈਂਦਾ ਕਿਉਂਕਿ ਉਹਨਾਂ ਦੇ ਵੈਲ ਐਜੂਕੇਟਡ ਜਿਹੜੇ ਫਲੋਰਿੰਗ ਦੇ ਰਿਗਾਰਡਿੰਗ ਹੈ। ਹੁਣ ਐਜੂਕੇਟਡ ਤੇ ਅਨਐਜੂਕੇਟਡ ਕਸਟਮਰ ਦੇ ਵਿੱਚ ਫਰਕ ਇਹ ਹੈ ਕਿ ਬਈ ਐਜੂਕੇਸ਼ਨ ਜਿਹਦਾ ਫਾਈਨਲ ਫਲੋਰਿੰਗ ਹੈ ਜਿੱਦਾਂ ਆਪਾਂ ਗੱਲ ਕੀਤੀ, ਕਸਟਮਰ ਐਜੂਕੇਟਡ ਜਿਹੜਾ ਫਲੋਰਿੰਗ ਹੈ ਉਹ ਕਹਿੰਦੇ ਵੀ ਮੈਨੂੰ ਵੇਅਰ ਲੇਅਰ ਜਿਹੜੀ ਫਲੋਰਿੰਗ ਦੀ ਜਿਹੜੀ ਉੱਤੇ ਦੀ ਲੇਅਰ ਹੁੰਦੀ ਹੈ ਜੀ ਉਹ ਮੈਟਰ ਬਹੁਤ ਕਰਦੀ ਹੈ ਜੀ। ਤੇ ਕਸਟਮਰ ਕਹਿੰਦੇ ਹੁੰਦੇ ਤਾਂ ਉਹ ਆਉਂਦੀ ਹੈ 20 ਮਿਲ 12 ਮਿਲ 8 ਮਿਲ ਦੇ ਹਿਸਾਬ ਨਾਲ ਜੀ, 6 ਮਿਲ ਦੇ ਹਿਸਾਬ ਨਾਲ। ਤੇ ਜਿਹੜਾ ਕਸਟਮਰ ਐਜੂਕੇਟਡ ਉਹ ਕਹਿੰਦਾ ਵੀ ਮੈਨੂੰ ਘੱਟ ਤੋਂ ਘੱਟ 12 ਮਿਲ ਚਾਹੀਦੀ ਹੈ। ਜਿਹੜਾ ਐਜੂਕੇਟਡ ਕਸਟਮਰ ਹੈ ਜਿਹੜਾ ਹੋਮਵਰਕ ਕਰਕੇ ਆਉਂਦਾ ਜੀ, ਜਿਹੜਾ ਨਹੀਂ ਕਰਕੇ ਆਉਂਦਾ ਉਹਦੇ ਲਈ ਥਿਕਨੈਸ ਹੀ ਆ, ਜਿੰਨੀ ਮੋਟੀ ਫਲੋਰਿੰਗ ਉਨੀ ਬੈਟਰ। ਓਕੇ, ਪਰ ਉਹ ਚੀਜ਼ ਹੈ ਨਹੀਂ। ਮੈਟਰ ਜਿਹੜੀ ਕਰਦੀ ਉਹ ਕਰਦੀ ਵੀਆਰ ਲੇਅਰ ਉੱਤੇ ਦੀ। ਓਕੇ, ਇਹ ਚੀਜ਼ਾਂ ਮਤਲਬ ਕਿ ਮੈਟਰ ਕਰਦੀ, ਇਹ ਚੀਜ਼ ਮੈਟਰ ਕਰਦੀ ਹੈ। ਸੋ ਸਾਨੂੰ ਜਿਹੜਾ ਐਜੂਕੇਟਡ ਕਸਟਮਰ ਉਹਨੂੰ ਆਪ ਪਤਾ, ਜਿਹੜਾ ਜਿਹਨੂੰ ਨਹੀਂ ਪਤਾ ਫਿਰ ਆਪਾਂ ਦੱਸਣਾ ਪੈਂਦਾ ਵੀ ਥਿਕਨੈਸ ਮੈਟਰ ਨਹੀਂ ਕਰਦੀ, ਮੈਟਰ ਕਰਦੀ ਜਿਹੜੀ ਉੱਤੇ ਦੀ ਲੇਅਰ ਮੈਟਰ ਕਰਦੀ। ਜਿਹਦੇ ਹਿਸਾਬ ਨਾਲ ਜਿੰਨੀ ਵੱਧੂ ਹੋਏਗੀ ਉਹਦੇ ਹਿਸਾਬ ਨਾਲ ਸਕ੍ਰੈਚ ਪੈਂਦੇ ਆ। ਜੇ ਮਤਲਬ ਜੇ ਘੱਟ ਹੈ ਤਾਂ ਸਕ੍ਰੈਚ ਬਹੁਤ ਈਜ਼ੀਲੀ ਪੈ ਸਕਦੇ ਆ। ਜੇ ਤਾਂ ਹੈਗੀ ਮੋਟੀ ਲੇਅਰ ਤਾਂ 20 ਮਿਲ ਹੋਗੀ 12 ਮਿਲ ਹੋਗੀ ਫਿਰ ਉਹਦੇ ਚਾਂਸਸ ਘੱਟ ਹੋ ਜਾਂਦੇ। ਹਾਂਜੀ, ਅਦਰਵਾਈਜ਼ ਉਹ ਐਵੇਂ ਵੀ ਜਿਵੇਂ ਕਹਿੰਦੇ ਨੇ ਵੀ ਇੱਕ ਸਾਡੀ ਪੰਜਾਬੀ ਨਾਲ ਵੀ ਅੱਡੀ ਮੋਟੀ ਹੈਗੀ ਇਹ ਤਾਂ ਟੁੱਟੇਗੀ ਨਹੀਂ, ਕਿ ਜਿੱਦਾਂ ਮਰਜ਼ੀ ਭੰਗੜੇ ਪਾਈ ਜਾਓ, ਉਹ ਚੀਜ਼ ਹੈ ਨਹੀਂ। ਓਕੇ, ਉਹ ਸਾਨੂੰ ਫਿਰ ਐਜੂਕੇਟ ਕਰਨਾ ਪੈਂਦਾ ਕਸਟਮਰ ਤੇ ਉਸ ਹਿਸਾਬ ਨਾਲ ਆਪਾਂ ਕੁਆਲਿਟੀ ਤੇ ਕੰਪਰੋਮਾਈਜ਼ ਨਹੀਂ ਕਰਦੇ ਜੀ। ਅਸੀਂ ਮੇਕ ਸ਼ੋਰ ਕਰਦੇ ਵੀ ਸਾਡੇ ਕੋਲ ਵੇਅਰ ਲੇਅਰ ਜਿਹੜੀ ਹੈਗੀ ਆ ਉਹ ਕਮਰਸ਼ੀਅਲ ਜਾਂ ਹਾਈ ਡੈਂਸਿਟੀ ਰੈਜ਼ੀਡੈਂਸ਼ੀਅਲ ਹੋਏ ਜੀ, ਕਿਉਂਕਿ ਉਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਫਿਰ ਕਸਟਮਰ ਨੂੰ ਆਪਾਂ ਵੇਚ ਤਾਂ ਦਿੰਦੇ ਆ, ਜੇ 6 ਮਹੀਨੇ ਬਾਅਦ ਕੰਪਲੇਨ ਆਉਗੀ ਵੀ ਸਕ੍ਰੈਚ ਪੈ ਗਈ ਰਾਈਟ, ਉਹ ਫਿਰ ਆਪਾਂ ਪੂਰਾ ਐਜੂਕੇਟ ਕਰਦੇ ਆ ਕਸਟਮਰ ਨੂੰ ਵੀ ਤੁਸੀਂ ਜੇ ਸਾਨੂੰ ਟਰਸਟ ਨਹੀਂ ਕਰਦੇ ਤੁਸੀਂ ਸਰਚ ਕਰਕੇ ਦੇਖ ਲਓ ਜੀ, ਇੱਥੇ ਨਹੀਂ ਕਿਸੇ ਹੋਰ ਤੁਹਾਨੂੰ ਸੇਮ ਆਨਸਰ ਮਿਲਣਾ ਹੈ। ਕਿਉਂਕਿ ਕਈ ਵਾਰ ਕੀ ਹੁੰਦਾ ਬਿਗ ਬਾਕਸ ਸਟੋਰ ਨੇ ਜਿਹੜੇ ਉਹ ਲਾ ਦਿੰਦੇ ਮੋਟੀ ਫਲੋਰਿੰਗ ਸਸਤੇ ਰੇਟ ਤੇ ਰਾਈਟ, ਤੇ ਕਸਟਮਰ ਆਉਂਦਾ ਸਾਡੇ ਕੋਲ ਕਿ ਇੱਥੇ ਦੀ ਮਿਲਦੀ ਪਈ ਹੈ, ਆਪਾਂ ਪ੍ਰਾਈਸ ਫਿਰ ਵੀ ਮੈਚ ਕਰ ਦਿੰਦੇ ਆ, ਬਟ ਵੀ ਹੈਵ ਟੂ ਐਜੂਕੇਟ them ਕਿ ਬਈ ਇਹ ਚੀਜ਼ ਕਿਉਂ ਲਾਣੀ ਲੌਂਗ ਟਰਮ ਦੇ ਵਿੱਚ ਉਹਨੂੰ ਫਾਇਦਾ ਰਹਿੰਦਾ ਜੀ। ਕੁਆਲਿਟੀ ਦੇ ਉੱਤੇ ਆਪਾਂ ਕਦੇ ਕੰਪਰੋਮਾਈਜ਼ ਨਹੀਂ ਕੀਤਾ। ਇੱਕ ਜਿਹੜਾ ਟੱਚਸਟੋਨ ਆਪਾਂ ਸਾਡਾ ਬੈਨੀਫਿਟ ਹੈਗਾ ਉਹ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਸਾਡੇ ਕੋਲ ਇਸ ਵੇਲੇ 80,000 ਸਕੁਅਰ ਫੀਟ ਜਗ੍ਹਾ ਜਿਹੜਾ ਕਿ ਵੈਸਟਰਨ ਘਾਟ ਦਾ ਸਭ ਤੋਂ ਵੱਡਾ ਫਲੋਰਿੰਗ ਸਟੋਰ ਹੈ। ਓਕੇ, ਤੇ ਉਹਦੇ ਹਿਸਾਬ ਨਾਲ ਇਹਦੇ ਨਾਲ ਸਾਨੂੰ ਇਹ ਫਾਇਦਾ ਹੈਗਾ ਕਿ ਅਸੀਂ 5 ਮਿਲੀਅਨ ਸਕੁਅਰ ਫੀਟ ਇਨਵੈਂਟਰੀ ਜਿਹੜੀ ਸਟਾਕ ਕਰਨੀ ਹੈ ਸ਼ਹਿਰ ਦੇ ਵਿੱਚ। ਓਕੇ, ਆਪਣੇ ਸਪਲਾਇਰਾਂ ਤੋਂ ਵੀ ਵੱਧ। ਅੱਛਾ ਜੀ, ਤੇ ਜਦੋਂ ਆਪਾਂ ਬਲਕ ਚ ਬਾਈ ਕਰਨੀ ਆ ਤੇ ਸਾਡੀ ਆਬਵੀਅਸਲੀ ਸਾਡੀ ਜਿਹੜੀ ਕਾਸਟ ਹੈ ਉਹ ਘੱਟ, ਪ੍ਰਾਈਸਿੰਗ ਤੁਹਾਡੀ ਆਬਵੀਅਸ ਘੱਟ ਰਹਿੰਦੀ। ਅਸੀਂ ਜਿਹੜੇ ਕੰਟੇਨਰ ਲੈਣੇ ਆ ਉਹ ਸਾਡੀ ਕਾਸਟ ਉਹਦੇ ਨਾਲ 30-40% ਪੈਸੇ ਘੱਟ ਹੋ ਜਾਂਦੀ ਹੈ ਜੀ ਜੀ। ਤੇ ਜਦੋਂ ਆਪਾਂ ਮਾਰਕੀਟ ਚ ਆਪਣਾ ਪ੍ਰਾਈਸਿੰਗ ਆਪਾਂ ਕਿਉਂਕਿ ਵੋਲਿਊਮ ਡਰਿਵਨ ਹੈਗੇ ਆ ਤੇ ਬਿਲਡਰ ਨੂੰ ਆਪਾਂ ਜ਼ਿਆਦਾ ਮਾਰਜਨ ਵੇਚੀਦਾ ਵੀ ਨਹੀਂ, ਉਸ ਕਰਕੇ ਸਾਡੀ ਪ੍ਰਾਈਸ ਜਦੋਂ ਬਿਲਡਰ ਦੇਖਦਾ ਦੇ ਗੈਟ ਸ਼ੌਕਡ
ਜੀ। ਕਿ ਵੀ ਇੰਨਾ ਫਰਕ ਕਿਵੇਂ ਪ੍ਰਾਈਸਿੰਗ 'ਚ ਆ ਗਿਆ। ਬਿਲਕੁਲ। ਫਿਰ ਕਈ ਵਾਰ ਸਾਨੂੰ ਕੁਐਸਚਨ ਹੁੰਦੇ ਕਿ ਵੀ ਤੁਹਾਡੀ ਕੁਆਲਿਟੀ ਕਿੱਦਾਂ, ਕਿਉਂਕਿ ਇਹ ਬੜਾ ਵੱਡਾ ਕੁਐਸਚਨ ਹੈ ਵੀ ਅਗਰ ਤੁਸੀਂ ਕੋਈ ਚੀਜ਼ ਹੈਗੀ ਹੈ ਹਾਂਜੀ। ਵੀ ਤੁਸੀਂ ਸਸਤੀ ਦੇ ਰਹੇ ਹੋ ਕੰਪੈਰੀਟਿਵਲੀ, ਉੱਥੇ ਵੀ ਇਹ ਕੁਐਸਚਨ ਆ ਜਾਂਦਾ ਵੀ ਇਹਦਾ ਮਤਲਬ ਭਾਜੀ ਤੁਸੀਂ ਕਿਤੇ ਨਾ ਕਿਤੇ ਗੜਬੜ। ਫਿਰ ਅਸੀਂ ਜੀ ਜਿਹੜੀ ਜਿੱਦਾਂ ਹੁਣ ਆਪਣੀ ਫਾਈਨਲ ਹੈ, ਇਸ ਵੇਲੇ ਸਾਡੇ ਕੋਲ 25 ਰੰਗ ਨੇ ਜਿਹੜੇ ਆਪਾਂ ਸਟਾਕ 'ਚ ਰੱਖੇ ਤੇ 25 ਡਿਫਰੈਂਟ ਤਰੀਕੇ ਨਾਲ, ਜੀ ਤੇ ਆਪਾਂ ਨੂੰ ਲਿਖ ਕੇ ਦੇ ਦੇ ਵੀ ਸਾਡੀ ਲਾਈਫ ਟਾਈਮ ਗਾਰੰਟੀ ਹੈ ਰਾਈਟ ਫਲੋਰ ਦੇ ਉੱਤੇ ਜੀ ਇਹ ਕੁਆਲਿਟੀ ਵਾਲਾ ਕੋਈ ਇਸ਼ੂ ਨਹੀਂ ਆਊਗਾ। ਜੀ। ਇਹ ਵਰਕਮੈਨਸ਼ਿਪ ਵੀ ਜਦੋਂ ਤੁਸੀਂ ਸਾਡੇ ਨਾਲ ਕਰਾਉਂਦੇ ਹੋ, ਜੀ। ਲੋਕੀ 1 ਸਾਲ ਦਿੰਦੇ, ਅਸੀਂ 2 ਸਾਲ ਦੇਵਾਂਗੇ ਤੁਹਾਨੂੰ। ਓਕੇ ਹਾਂਜੀ, ਆਪਾਂ ਗਾਰੰਟੀ ਉਹਨਾਂ ਨੂੰ ਕੰਫਰਟੇਬਲ ਮਹਿਸੂਸ ਕਰਾਈਦਾ। ਜੀ। ਇੱਕ ਤਾਂ ਵੀ ਜੇ ਆਪਾਂ ਹੁਣ ਇੰਨਾ ਵੱਡਾ ਆਪਰੇਸ਼ਨ ਹੈਗਾ, ਆਪਾਂ ਮੇਕ ਸ਼ੋਰ ਕਿ ਵੀ ਕਸਟਮਰ ਤੁਸੀਂ ਕੋਈ ਵੀ ਡਿਸਅਪਾਇੰਟ ਨਾ ਹੋਵੇ। ਮੇਨਟੇਨ ਕੀਤਾ ਹੋਇਆ ਤੇ ਉਸ ਚੀਜ਼ ਨੂੰ, ਕਿਉਂਕਿ ਕੁਆਲਿਟੀ ਦੋਸਤੋ ਉਹੀ ਗੱਲ ਆ ਜਾਂਦੀ ਵੀ ਬਿਜ਼ਨਸ ਨੂੰ ਰਾਈਜ਼ ਕਰਨਾ ਬਹੁਤ ਜਿਹੜੀ ਮਿਹਨਤ ਦੀ ਲੋੜ ਹੈਗੀ, ਲੇਕਿਨ ਉਹਨੂੰ ਮੇਨਟੇਨ ਕਰਨਾ ਉਸ ਤੋਂ ਡਬਲ ਮਿਹਨਤ ਦੀ ਲੋੜ ਹੁੰਦੀ ਹੈ। ਕਿ ਕਲਾਇੰਟਲ ਹੈ ਜਿਹੜਾ ਇੱਕ ਦਫਾ ਆ ਗਿਆ, ਉਹ ਲਗਵਾ ਕੇ ਚਲਾ ਗਿਆ ਤੇ ਉਹਨੇ ਵਾਰ-ਵਾਰ ਆ ਕੇ ਜਿਹੜੇ ਕਹਿ ਦਿੰਦੇ ਵੀ ਜੇ ਕੋਈ ਤੁਸੀਂ ਗਲਤ ਚੀਜ਼ ਵੇਚਤੀ, ਇਹ ਤਾਂ ਉਹ ਚੀਜ਼ ਹੈ ਕਿ ਇਹਦੇ ਤੇ ਤਾਂ ਰੋਜ਼ ਉਹ ਜਿਵੇਂ ਰਗੜਾਈ, ਕਦੀ ਕੁਰਸੀਆਂ ਇੱਧਰ ਹੋ ਗਈਆਂ, ਬੱਚਿਆਂ ਨੇ ਖੇਲ ਲਿਆ ਜਾਂ ਪੈਟਸ ਦੀ ਗੱਲ ਹੋ ਗਈ, ਤਾਂ ਅਗਰ ਥੋੜੀ ਜਿਹੀ ਵੀ ਉਹਦੇ ਵਿੱਚ ਦਿੱਕਤ ਆ ਗਈ ਤਾਂ ਫਿਰ ਕਲਾਇੰਟਸ ਦੀ ਤਾਂ ਕੰਪਲੇਂਟ ਤੇ ਫਿਰ ਕੰਪਲੇਂਟ ਹੀ ਫੇਸ ਕਰਨੀ ਪੈ ਜਾਂਦੀ ਹੈ। ਅੱਛਾ ਸਰ, ਡਿਸਪਲੇਸ ਦੀ ਗੱਲ ਤੁਸੀਂ ਇੱਦਾਂ ਕਿਹਾ ਵੀ ਬਹੁਤ ਸਭ ਤੋਂ ਵੱਡਾ ਜਿਹੜਾ ਹੈਗਾ ਤੁਹਾਡਾ ਸ਼ੋਰੂਮ ਹੈਗਾ, ਤਾਂ ਡਿਸਪਲੇ ਦੀ ਗੱਲ ਕਰੀਏ ਕਿ ਤੁਹਾਡੇ ਕੋਲ ਤਾਂ ਫਿਰ ਡਿਸਪਲੇ ਦੀ ਆਪਸ਼ਨਸ, ਕਿਉਂਕਿ ਜਿਹੜੇ ਕਲਾਇੰਟ ਆ ਤੁਹਾਡੇ ਕੋਲ ਵਿਜ਼ਿਬਿਲਟੀ ਬਹੁਤ ਹੋਏਗੀ, ਤੁਸੀਂ ਡਿਸਪਲੇ ਕਰ ਸਕਦੇ ਨੇ ਉੱਥੇ। ਸਾਡੇ ਕੋਲ ਭਾਈ ਸਾਰੇ ਮੇਜਰ ਸਪਲਾਇਰਸ ਹੈਗੇ ਆ, Right. US, ਇਟਲੀ, ਸਪੇਨ ਜੀ ਚਾਈਨਾ ਤੋਂ ਜੀ ਤੇ ਅਸੀਂ ਸਾਰਿਆਂ ਦੀ ਡਿਸਪਲੇ ਰੱਖੀ ਹੋਈ ਹੈ। ਸਾਰੇ ਰੈਪਿਊਟੇਬਲ ਕੰਪਨੀਆਂ ਨੇ ਜਿਨ੍ਹਾਂ ਦੇ ਜੇ ਫਿਊਚਰ 'ਚ ਕਲੇਮ ਆਉਂਦਾ ਵੀ ਹੈ ਤੇ ਵੀ ਆਰ ਸਟੈਂਡਿੰਗ ਬਿਹਾਈਂਡ ਆਰ ਕਸਟਮਰਸ। ਓਕੇ ਆਪਾਂ ਮੇਕ ਸ਼ੋਰ ਕਰੀਦਾ ਕਿ ਬਈ ਕੋਈ ਏਦਾਂ ਦੀ ਪ੍ਰੋਬਲਮ ਨਾ ਹੋਏ ਕਸਟਮਰ ਨੂੰ, ਜੀ। ਤੇ ਉਹੀ ਰੈਪਿਊਟੇਬਲ ਕੰਪਨੀ ਨਾਲ ਡੀਲ ਕਰੀਦਾ ਕਿ ਬਈ ਕਸਟਮਰ ਵੀ ਸੈਟੀਸਫਾਈਡ, ਅਸੀਂ ਵੀ ਸੈਟੀਸਫਾਈ ਵੇਚਣ ਤੋਂ ਪਹਿਲਾਂ। ਕਿਉਂਕਿ ਭਾਈ ਆਪਾਂ ਨਹੀਂ ਚਾਹੁੰਦੇ ਕਿ ਕੋਈ ਵੀ ਏਦਾਂ ਦੀ ਕੰਪਨੀ ਨਵੀਂ ਆਈ ਹੋਵੇ, ਆਪਾਂ ਵੇਚਦੀ ਤੇ ਪ੍ਰੋਡਕਟ ਖਰਾਬ ਹੋਵੇ, ਕਿਉਂਕਿ ਸਾਨੂੰ ਫਿਰ ਰਾਤੋਂ ਨੀਂਦ ਨਹੀਂ ਆਏਗੀ। ਕਿਉਂਕਿ ਜੇ ਕਸਟਮਰ ਬੇਕਾਰ ਫਲੋਰਿੰਗ ਨਾਲ ਸੌਂਦਾ ਪਿਆ ਆਪਣੇ, ਆਪਾਂ ਕਿਵੇਂ ਸੋਈਏ, ਸਾਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਫਿਰ। ਰਾਈਟ ਤੇ ਡਿਸਪਲੇ ਦੇ ਵਿੱਚ ਭਾਈ ਅਸੀਂ ਹੁਣ ਨਵਾਂ ਆਪਣਾ ਸ਼ੋਰੂਮ ਰੈਨੋਵੇਟ ਕਰ ਰਹੇ ਹਾਂ ਜੀ। ਇੱਕ ਅਨਾਉਂਸਮੈਂਟ ਮੈਂ ਤੁਹਾਡੇ ਜੀ, ਸ਼ੋਅ ਦੇ ਬਿਲਕੁਲ ਜ਼ਰੂਰ ਕਰਨਾ ਚਾਹੁੰਦਾ ਕਿ ਜੀ। ਵਰਸਾਚੇ ਟਾਇਲਸ ਜਿਹੜੀ ਇਟਲੀ ਦੀ ਬਹੁਤ ਵੱਡੀ ਕੰਪਨੀ ਹੈ, ਗਾਰਡੀਨੀਆ ਆਰਕੈਡੀਆਸ ਨੂੰ ਡਿਸਟ੍ਰੀਬਿਊਟ ਤੇ ਮੈਨੂਫੈਕਚਰ ਕਰਦੀ ਹੈ, ਜੀ। ਉਹ ਆਪਣਾ ਐਕਸਕਲੂਸਿਵ ਸ਼ੋਰੂਮ ਸਾਡੇ ਅੰਦਰ ਸ਼ੋਰੂਮ ਦੇ ਖੋਲ ਰਿਹਾ ਹੈ, ਜਿਹਦਾ ਨਾਮ ਵਰਸਾਚੇ ਟਾਇਲਸ ਬੁਟੀਕ ਆ। ਓਕੇ ਇਹ ਵੈਨਕੂਵਰ ਤੋਂ ਬਾਅਦ ਕੈਨੇਡਾ 'ਚ ਦੂਜਾ ਸ਼ੋਰੂਮ ਹੈ ਉਹਨਾਂ ਦਾ, ਓਕੇ ਤੇ 5000 ਸਕੁਅਰ ਫੀਟ ਦੇ ਨਾਲ ਉਹ ਪੂਰਾ ਟਾਇਲਸ ਤੇ ਆਪਣੀ ਹੋਰ ਐਕਸੈਸਰੀਜ਼ ਸਾਡੇ ਸ਼ੋਰੂਮ ਦੇ ਥਰੂ ਕਸਟਮਰਸ ਦੇ ਅੱਗੇ ਤੁਸੀਂ ਸਰਵਿਸਿਜ਼ ਦੇ ਪਾਓਗੇ। ਜਿਵੇਂ ਕਹਿੰਦੇ ਨੇ ਸਰ ਨੇ ਦੱਸਿਆ ਕਿ ਵਰਸਾਚੇ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਜਿਹੜਾ ਦੂਸਰਾ ਸਟੋਰ ਜਿਹੜਾ ਹੈਗਾ ਓਪਨ ਕਰਨ ਜਾ ਰਿਹਾ ਹੈ। ਅਗਰ ਤੁਸੀਂ ਲਗਜ਼ਰੀ ਟਾਈਲਸ ਦੇ ਬਾਰੇ ਵਿੱਚ ਜਿਹੜੀ ਹੈਗੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਆਪਣੇ ਘਰ ਨੂੰ ਹੋਰ ਸੁੰਦਰ ਬਣਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਇੱਕ ਜਿਹੜਾ ਹੈਗਾ ਟੱਚਸਟੋਨ ਫਲੋਰਿੰਗ ਦੇ ਕੋਲੇ ਵਿਜ਼ਿਟ ਕਰ ਸਕਦੇ ਹੋ। ਬਹੁਤ ਵੱਡੀਆਂ ਜਿਹੜੀਆਂ ਸਰਵਿਸਿਜ਼, ਬਹੁਤ ਵੱਡੀ ਜਿਹੜੀ ਕੁਆਲਿਟੀ ਨੂੰ ਮੇਨਟੇਨ ਕਰਕੇ ਇਹ ਤੁਹਾਨੂੰ ਜਿਹੜੀ ਸਰਵਿਸਿਜ਼ ਦੇ ਰਹੇ ਹੈ। ਤਾਂ ਸਾਡੇ ਇਹਨਾਂ ਸ਼ੋਅਜ਼ ਨੂੰ ਤੁਸੀਂ ਜਿਹੜਾ ਸਾਡਾ ਰੀਅਲ ਏਸਟੇਟ ਗੁਰੂ ਹੈਗਾ ਦੋਸਤੋ, ਇਸ ਸ਼ੋਅ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਇਹ ਸ਼ੋਅ ਸਿਰਫ ਸਾਡੇ ਦਰਸ਼ਕਾਂ ਦੇ ਲਈ ਹੈਗਾ ਕਿ ਦਰਸ਼ਕਾਂ ਨੂੰ ਅਸੀਂ ਗਾਈਡ ਕਰੀਏ ਕਿ ਤੁਸੀਂ ਆਪਣਾ ਜਿਹੜਾ ਘਰ ਸੁਪਨਿਆਂ ਦਾ ਘਰ ਕਿਸ ਤਰ੍ਹਾਂ ਐਲਬਰਟਾ ਐਡਮੰਟਨ ਦੇ ਵਿੱਚ ਲੈ ਸਕਦੇ ਹੋ, ਚਾਹੇ ਉਹ ਰੀਅਲਟਰਸ ਦੀ ਹੈਲਪ ਦੇ ਨਾਲ ਗੱਲ ਕਰੀਏ, ਚਾਹੇ ਉਹ ਬਿਲਡਰਸ ਦੀ ਹੈਲਪ ਦੇ ਨਾਲ ਗੱਲ ਕਰੀਏ, ਜਾਂ ਫਿਰ ਤੁਹਾਨੂੰ ਮੋਰਟਗੇਜ ਐਕਸਪਰਟ ਦੀ ਜ਼ਰੂਰਤ ਹੈਗੀ ਹੈ, ਜਾਂ ਫਿਰ ਤੁਹਾਨੂੰ ਘਰ ਲੈਣ ਤੋਂ ਬਾਅਦ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ। ਉਸ ਤੋਂ ਇਲਾਵਾ ਇੰਟੀਰੀਅਰ ਡੈਕੋਰੇਸ਼ਨ ਦੀ, ਚਾਹੇ ਬਲਾਈਂਡਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈਗੀ ਹੈ, ਜਾਂ ਫਿਰ ਅੱਜ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਫਲੋਰਿੰਗ ਨੂੰ ਲੈ ਕੇ ਤੁਹਾਡਾ ਮਨ ਦੇ ਵਿੱਚ ਕੋਈ ਸਵਾਲ ਹੈਗਾ, ਸਾਨੂੰ ਜ਼ਰੂਰ ਭੇਜੋ। ਤੁਹਾਡੇ ਮਨ ਦੇ ਵਿੱਚ ਕੋਈ ਕੁਐਰੀ ਹੈਗੀ ਹੈ, ਤੁਸੀਂ ਜ਼ਰੂਰ ਫਲੋਰਿੰਗ ਨੂੰ ਲੈ ਕੇ ਟੱਚਸਟੋਨ ਫਲੋਰਿੰਗ ਦੇ ਨਾਲ ਜਿਹੜਾ ਹੈਗਾ ਜੁੜ ਸਕਦੇ ਹੋ। ਸਪੈਸ਼ਲੀ ਬਿਲਡਰਸ ਦੀ ਗੱਲ ਕਰ ਲਈਏ, ਜਿਹੜੇ ਕਿ ਕੰਸਟਰਕਸ਼ਨ ਜਿਹੜੇ ਬਿਲਡਰਸ ਨੇ ਉਹ ਇਹਨਾਂ ਦੇ ਨਾਲ ਜੁੜਨਾ ਚਾਹੁੰਦੇ ਆ, ਉਹਨਾਂ ਨੂੰ ਵੀ ਇੱਕ ਬੈਸਟ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਟੱਚਸਟੋਨ ਫਲੋਰਿੰਗ ਵੱਲੋਂ ਦਿੱਤੀਆਂ ਜਾਣਗੀਆਂ। ਉਹ ਇਹਨਾਂ ਦਾ ਕਿਤੇ ਨਾ ਕਿਤੇ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਇਹਨਾਂ ਨੂੰ ਬੁਲਾਉਂਦੇ ਰਵਾਂਗੇ, ਤਾਂ ਕਿ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹੀਏ ਕਿ ਕਿਸ ਤਰ੍ਹਾਂ ਦੀ ਸਰਵਿਸਿਜ਼, ਕਿਸ ਤਰ੍ਹਾਂ ਦੀ ਫਲੋਰਿੰਗ ਸਾਡੇ ਘਰ ਦੇ ਲਈ ਜ਼ਰੂਰੀ ਹੁੰਦੀ ਹੈ। ਅੱਛਾ ਸਰ, ਇਹ ਗੱਲ ਫਲੋਰਿੰਗ ਦੀ ਇਹਦੇ ਵਿੱਚ ਇੱਕ ਮੈਂ ਗੱਲ ਕਰਨਾ ਚਾਹਨਾ ਕਿ ਤੁਸੀਂ ਆਪਾਂ ਕਾਰਪੈਟ ਦੀ ਗੱਲ ਕਰੀਏ। ਕਾਰਪੈਟਸ ਦੇ ਉੱਤੇ ਵੀ ਵੈਰਾਈਟੀ ਜਿਹੜੀ ਹੁੰਦੀ ਹੈ, ਕੁਆਲਿਟੀ ਕਿਤੇ ਨਾ ਕਿਤੇ ਲੁਕੀ ਹੁੰਦੀ ਹੈ। ਵੀ ਕਾਰਪੈਟ ਤਾਂ ਹੁਣ ਸਾਨੂੰ ਜਿਹੜਾ ਹੈਗਾ ਅਸੀਂ ਦੇਖ ਲੈਂਦੇ ਆ ਵੀ ਹਾਂ ਠੀਕ ਹੈ, ਇਹਦਾ ਰੰਗ ਆ ਸੋਹਣਾ, ਇਸ ਤਰ੍ਹਾਂ ਦਾ ਕਾਰਪੈਟ ਲੱਗੂਗਾ। ਉਹਦੇ ਵਿੱਚ ਵੀ ਕੋਈ ਥਿਕਨੈਸ ਜਾਂ ਉਹਨੂੰ ਇੰਸਟਾਲੇਸ਼ਨ ਦੇ ਵਿੱਚ ਉਹਦੇ ਵਿੱਚ ਵੀ ਕੋਈ ਚੀਜ਼ਾਂ ਹੁੰਦੀਆਂ ਨੇ ਭਾਜੀ। ਕਾਰਪੈਟ ਜਿਹੜਾ ਨਾ, ਉਹ ਜਿਹੜਾ ਜੈਨਰਿਕ ਕਾਰਪੇਟ ਆ 25 ਆਉਂਸ ਤੋਂ ਲੈ ਕੇ 75 ਆਉਂਸ ਤੱਕ ਜਿਹੜਾ ਮੇਜਰ ਕਾਰਪੇਟ ਦਾ ਪ੍ਰੋਡਕਟ ਆ ਇਹਦੇ ਵਿੱਚ ਕਾਰ ਹੁੰਦਾ। 25 ਤੋਂ 75 ਆਉਂਸ, 25 ਬੀਇੰਗ ਦਾ ਸਭ ਤੋਂ ਜਿਹੜਾ ਹਲਕਾ weight ਦਾ, 75 ਹੈਵੀਐਸਟ weight ਦਾ ਜੀ। ਤੇ ਜਿਹੜਾ 25 ਆਉਂਸ ਦਾ ਕਾਰਪੇਟ ਹੈ ਉਹ ਮੈਜੋਰਿਟੀ ਜਿਹੜੇ ਵੱਡੇ ਲਾਰਜ ਵੋਲਿਊਮ ਬਿਲਡਰਸ ਨੇ ਉਹ ਲਵਾਉਂਦੇ ਆ ਜੀ। ਪਰ ਇੱਕ ਚੀਜ਼ ਜਿਹੜੀ ਆਪਣੇ ਐਥਨਿਕ ਬਿਲਡਰਸ ਵਧੀਆ ਚੀਜ਼ ਕਰਦੇ ਆ, ਉਹ 40 ਤੋਂ ਉੱਤੇ ਜਾਂ 40 ਦੇ ਵਿੱਚ ਨੇੜੇ ਲਵਾਉਂਦੇ ਆ ਜੀ। ਜਿਹੜਾ 25 ਬੀਇੰਗ ਜਿਹੜਾ ਹੈਗਾ ਸਭ ਤੋਂ ਥਿਨੈਸਟ ਤੇ 75 ਬੀਇੰਗ ਦਾ ਥਿਕੈਸਟ ਹੋ ਗਿਆ ਕਾਰਪੇਟ ਜੀ। ਤੇ ਜਿਹੜੇ ਵੱਡੇ ਲਾਰਜ ਵੋਲਿਊਮ ਬਿਲਡਰਸ ਨੇ, ਜਿਹੜੇ 500 600 ਜਿਹੜੇ
ਉਹਨਾਂ ਦੇ ਜਿਹੜੇ ਜਨਰਲ ਬਿਲਕੁਲ ਬੇਸਿਕ ਹੋਮਸ ਨੇ ਉਹ 'ਚੋਂ 25 ਆਉਂਸ ਲਾਉਂਦੇ ਆ ਜੀ ਜਿਹੜੇ ਗੁੱਡ ਥਿੰਗ ਅਬਾਊਟ ਆਪਣੇ ਜਿਹੜੇ ਦੇਸੀ ਬਿਲਡਰਸ ਆਪਣੇ ਐਥਨਿਕ ਬਿਲਡਰਸ ਨੇ ਜੀ ਉਹਨਾਂ ਦੇ ਵਿੱਚ ਉਹ ਸੇਮ ਪ੍ਰਾਈਸ ਦੇ ਜਦੋਂ ਹਾਊਸ ਦਾ ਸੇਮ ਪ੍ਰਾਈਸ ਦਾ ਹੁੰਦਾ Right. ਬਟ ਵਿੱਚ ਜਿਹੜਾ ਕਾਰਪੇਟ ਹੁੰਦਾ ਉਹ ਬੈਟਰ ਦੈਨ ਸਟੈਂਡਰਡ ਲਾਉਂਦੇ ਆ ਜੀ ਜਿੱਦਾਂ 40 42 45 38 ਦੇ ਹਿਸਾਬ ਨਾਲ ਜੀ ਤੇ ਉਹ weight ਜਿਹੜਾ ਹੈ ਉਹ ਬੈਟਰ ਦੈਨ ਸਟੈਂਡਰਡ ਆ ਜੀ ਉਹਦੀ ਜਿਹੜੀ ਲੌਂਗੇਵਿਟੀ ਹੈ ਉਹ ਜ਼ਿਆਦਾ ਬੈਟਰ ਹੈਗੀ 25 ਆਉਂਸ ਨਾਲੋਂ ਜੀ ਹੁਣ ਉਹਦੇ ਵਿੱਚ ਵੀ ਆਪਸ਼ਨ ਹੁੰਦੇ ਆ ਕਿਉਂਕਿ ਕਈ ਹੁੰਦੇ ਆ ਕਾਰਪੇਟ ਦੇ ਵਿੱਚ ਦੇਖਿਆ ਜਾਵੇ ਤਾਂ ਟੋਨਲ ਹੁੰਦੇ ਆ ਜੀ। ਜਿਹਦੇ ਚ 2 ਟੋਨ 3 ਟੋਨ ਜੀ ਇਕੱਠੇ ਹੁੰਦੇ ਇੱਕ ਹੁੰਦਾ ਸੋਲਿਡ ਕਲਰ ਰਾਈਟ ਜਿਹੜਾ ਇਸ ਵੇਲੇ ਟ੍ਰੈਂਡ ਹੈਗਾ ਉਹ ਹੈਗਾ ਟੋਨਲ ਦਾ ਓਕੇ ਕਿਉਂਕਿ ਉਹਦੀ ਇਹ ਬੈਨੀਫਿਟ ਹੁੰਦਾ ਕਿ ਤੁਸੀਂ ਹੁਣ ਜਿੱਦਾਂ ਗ੍ਰੇ ਕਾਰਪੇਟ ਹੈ ਤੇ ਗ੍ਰੇ ਟੋਨਲ ਦੇ ਵਿੱਚ ਡਾਰਕ ਗ੍ਰੇ ਹੋਊਗਾ ਲਾਈਟ ਹੋਏਗਾ ਮੀਡੀਅਮ ਗ੍ਰੇ ਹੋਊਗਾ ਜੀ ਉਹਦੇ ਨਾਲ ਤੁਸੀਂ ਆਪਣੀ ਦੀਵਾਰਾਂ ਕਿਸੇ ਤਰੀਕੇ ਨਾਲ ਪੇਂਟ ਕਰ ਸਕਦੇ ਹੋ ਕਿਉਂਕਿ ਨਿਊਟਰਲ ਕਲਰ ਬਣ ਜਾਂਦਾ ਉਹ ਰਾਈਟ ਇਹ ਵੀ ਮੈਟਰ ਕਰਦਾ ਵੀ ਹੈ ਨਾ ਕਾਰਪੇਟ ਦੇ ਕਲਰ ਤੇ ਦੀਵਾਰਾਂ ਦੇ ਕਲਰ ਦੇ ਉੱਤੇ ਬਿਲਕੁਲ। ਤੇ ਦੋਸਤੋ ਸਾਡੇ ਕੋਲੇ ਸਮਾਂ ਸਾਡੇ ਕੋਲੇ ਬਹੁਤ ਥੋੜਾ ਹੁੰਦਾ ਹੈ। ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਬਨੀਤ ਜੀ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਬਾਰ-ਬਾਰ ਬੁਲਾਉਂਦੇ ਰਹੀਏ ਤਾਂ ਕਿ ਤੁਹਾਨੂੰ ਟੱਚ ਟੋਨ ਫਲੋਰਿੰਗ ਦੇ ਬਾਰੇ ਵਿੱਚ ਹੋਰ ਜਾਣਕਾਰੀ ਦਿੰਦੇ ਰਹੀਏ। ਆਪਣੇ ਘਰ ਨੂੰ ਸਜਾਉਣਾ ਚਾਹੁੰਦੇ ਹੋ, ਆਪਣਾ ਘਰ ਇੱਕ ਵਧੀਆ ਬਣਾਉਣਾ ਚਾਹੁੰਦੇ ਹੋ, ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਕਿ ਜਦੋਂ ਸਾਡੀ ਹਰ ਇੱਕ ਬੰਦੇ ਦੀ ਖੁਆਇਸ਼ ਹੁੰਦੀ ਹੈ, ਮੇਰੀ ਵੀ ਖੁਆਇਸ਼ ਹੈ ਵੀ ਜਦੋਂ ਕੋਈ ਸਾਡੇ ਘਰੇ ਆਵੇ ਤਾਂ ਇੱਕ ਦਫਾ ਬੰਦਾ ਜ਼ਰੂਰ ਕਵੇ ਵਾਓ ਯਾਰ ਵੀ ਬਹੁਤ ਸੋਹਣਾ ਘਰ ਹੈ। ਉਹਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਫਲੋਰਿੰਗ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਵਾਓ ਸੁਣਨਾ ਚਾਹੁੰਦੇ ਹੋ ਆਪਣੇ ਫਲੋਰਿੰਗ ਦੇ ਬਾਰੇ ਵਿੱਚ ਜ਼ਰੂਰ ਤੁਸੀਂ ਇੱਕ ਦਫਾ ਟੱਚ ਟੋਨ ਦੇ ਨਾਲ ਕੰਸਲਟ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਇੱਕ ਜਿਹੜੀ ਹੈਗੀ ਹੈ ਫਲੋਰਿੰਗ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਕਿੱਦਾਂ ਦੀ ਫਲੋਰਿੰਗ ਕਿੱਥੇ ਹੋਣੀ ਚਾਹੀਦੀ ਹੈ ਉਹ ਕਲੀਅਰ ਹੋ ਸਕੇ। ਬਨੀਤ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਟੱਚ ਟੋਨ ਫਲੋਰਿੰਗ ਐਡਾ ਵੱਡਾ ਬ੍ਰਾਂਡ ਨੂੰ ਲੈ ਕੇ ਤੁਸੀਂ ਸਾਡੇ ਦਰਸ਼ਕਾਂ ਲਈ ਕੋਈ ਟਿਪਸ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਭਾਜੀ ਮੈਂ ਆਪਣੇ ਜਿੰਨੇ ਵੀ ਸਾਡੇ ਕਸਟਮਰਸ ਨੇ ਉਹਨਾਂ ਲਈ ਬਹੁਤ ਬਹੁਤ ਵੱਡਾ ਥੈਂਕ ਯੂ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ ਕਿ ਅਸੀਂ ਅਲਬਰਟਾ ਦੇ ਵਨ ਆਫ ਦਾ ਟਾਪ ਕੰਪਨੀ ਬਣੇ ਹੋਏ ਆ। ਸਾਡੇ ਵੱਲੋਂ ਵੀ ਮੇਕ ਸ਼ੋਰ ਆਪਾਂ ਕਰਨਾ ਚਾਹੁੰਦੇ ਕਿ ਤੁਹਾਨੂੰ ਸਰਵਿਸ ਤੇ ਪ੍ਰਾਈਸ ਦਿੰਦੇ ਰਹਾਂਗੇ ਜਿਹਦੇ ਨਾਲ ਤੁਹਾਡੀ ਸਾਰੀ ਜ਼ਰੂਰਤ ਪੂਰੀਆਂ ਹੁੰਦੀਆਂ ਰਹਿਣ। ਇੱਕ ਜਿਹੜੀ ਟਿਪਸ ਦੇਣ ਲਾਇਕ ਤਾਂ ਮੈਂ ਨਹੀਂ ਪਰ ਮੈਂ ਇੰਨਾ ਕਹਿੰਦਾ ਰਹੂੰਗਾ ਕਿ ਬਈ ਤੁਹਾਡੇ ਕਾਰਨ ਹੀ ਜਿਹੜਾ ਕੁਆਲਿਟੀ ਪੁਸ਼ ਕਰਦੇ ਹਾਂ ਕੁਆਲਿਟੀ ਪ੍ਰੋਡਕਟਸ ਲਈ ਉਹ ਤੁਸੀਂ ਮੋਟੀਵੇਟ ਸਾਨੂੰ ਕਰਦੇ ਰਹੋ ਤਾਂ ਕਿ ਅਸੀਂ ਹੋਰ ਨਵੇਂ ਰੰਗ ਨਵੀਂ ਫਲੋਰਿੰਗ ਤੇ ਵਧੀਆ ਕੁਆਲਿਟੀ ਦੇ ਨਾਲ ਤੁਹਾਨੂੰ ਪ੍ਰੋਡਕਟਸ ਦਿੰਦੇ ਰਹੀਏ। ਬਹੁਤ ਬਹੁਤ ਧੰਨਵਾਦ ਬਨੀਤ ਜੀ ਤੁਹਾਡਾ, ਤੁਸੀਂ ਸਾਡੇ ਸ਼ੋਅ ਦੇ ਦੌਰਾਨ ਆਏ। ਦੋਸਤੋ ਸਰ ਨੇ ਵੀ ਉਹੀ ਕਿਹਾ ਕਿ ਤੁਹਾਡੇ ਕੁਐਸਚਨਸ ਦੀ ਤੁਹਾਡੇ ਜਿਹੜੇ ਹੈਗੇ ਨੇ ਸਵਾਲਾਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਤੁਸੀਂ ਸਾਨੂੰ ਜਿੰਨੇ ਸਵਾਲ ਪੁੱਛਾਂਗੇ ਉਹਨਾਂ ਸਵਾਲਾਂ ਨੂੰ ਇਸ ਪਲੇਟਫਾਰਮ ਦੇ ਰਾਹੀਂ ਤੁਹਾਡੇ ਰੂਬਰੂ ਕੀਤਾ ਜਾਏਗਾ, ਸਾਡੇ ਐਕਸਪਰਟਸ ਨੂੰ ਪੁੱਛਿਆ ਜਾਏਗਾ ਤਾਂ ਕਿ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਜਾਵੇ। ਹੋਰ ਸਾਡੇ ਸ਼ੋਅਜ਼ ਦੇ ਲਈ ਜਿੱਦਾਂ ਸਾਡਾ ਰੀਅਲ ਏਸਟੇਟ ਗੁਰੂ ਸ਼ੋਅ ਹੈਗਾ, ਤੁਹਾਨੂੰ ਦੱਸਦੇ ਹਾਂ ਕਿ ਪ੍ਰਾਪਰਟੀ ਦੇ ਬਾਰੇ ਵਿੱਚ ਚਾਹੇ ਉਹ ਰੀਅਲਟਰਸ ਦੀ ਗੱਲ ਕਰ ਲਈ, ਤੁਸੀਂ ਕਿਸ ਤਰ੍ਹਾਂ ਦਾ ਘਰ ਲੈ ਸਕਦੇ ਹੋ, ਕਿੱਦਾਂ ਘਰ ਲੈ ਸਕਦੇ ਹੋ, ਕਿਹੜੀ ਲੋਕੇਸ਼ਨ ਦੇ ਉੱਤੇ ਘਰ ਲੈ ਸਕਦੇ ਹੋ, ਐਡਮਿੰਟਨ ਦੀ ਗੱਲ ਕੀਤੀ ਜਾਵੇ, ਅਲਬਰਟਾ ਦੀ ਗੱਲ ਕੀਤੀ ਜਾਵੇ, ਆਪਣਾ ਘਰ ਲੈਣ ਦੇ ਲਈ ਤੁਸੀਂ ਸਾਡੇ ਜਿਹੜੇ ਸ਼ੋਅਜ਼ ਦੇਖ ਸਕਦੇ ਹੋ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਜਿਹੜਾ ਸ਼ੋਅ ਸੱਤ ਸਮੁੰਦਰੋਂ ਪਾਰ ਦੇਖ ਸਕਦੇ ਹੋ। ਸਾਡੇ ਹਨੀ ਵਾਲੀਆ ਸ਼ੋਅਜ਼ ਨੂੰ ਤੁਸੀਂ YouTube ਚੈਨਲ ਸਾਡਾ ਸਬਸਕ੍ਰਾਈਬ ਕਰ ਲਓ, ਬੈਲ ਦਾ ਬਟਨ ਦਬਾ ਲਓ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਵੀ ਸਾਡੇ ਰੋਜ਼ਾਨਾ ਜਿਹੜੇ ਸ਼ੋਅਜ਼ ਅਪਡੇਟ ਹੋ ਰਹੇ ਨੇ, ਕਿਸ ਟੌਪਿਕ ਦੇ ਉੱਤੇ ਗੱਲਬਾਤ ਹੋ ਰਹੀ ਹੈ। ਇਹਨਾਂ ਸ਼ੋਅਜ਼ ਨੂੰ ਅਸੀਂ ਤੁਹਾਡੇ ਹੀ ਜਿਹੜੇ ਪੁੱਛੇ ਗਏ ਟੌਪਿਕਸ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ। ਤੁਸੀਂ ਕਿਸ ਟੌਪਿਕ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਹੋ, ਤੁਸੀਂ ਕਿਸੇ ਬਿਜ਼ਨਸ ਦੇ ਨਾਲ ਐਸੋਸੀਏਟ ਹੋ, ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਸਾਨੂੰ ਜਿਹੜੀ ਇਹੀ ਉਮੀਦ ਰਹੇਗੀ ਕਿ ਤੁਹਾਨੂੰ ਜਿਹੜੀ ਹੈਗੀਆਂ ਸਾਡੇ ਦਰਸ਼ਕਾਂ ਤੱਕ ਹਰ ਇੱਕ ਉਸ ਬਿਜ਼ਨਸ ਨੂੰ ਪਹੁੰਚਾਇਆ ਜਾਵੇ ਕਿ ਜਿਹੜੇ ਬਿਜ਼ਨਸ ਜਿਹੜੇ ਹੈਗੇ ਨੇ, ਬਿਜ਼ਨਸ ਦੇ ਵਿੱਚ ਇੱਕ ਦਰਸ਼ਕਾਂ ਦੀ ਇੱਕ ਰਿਕੁਆਇਰਮੈਂਟ ਹੁੰਦੀ ਹੈ ਕਿ ਮੇਰੇ ਘਰ ਦੇ ਲਈ, ਮੈਨੂੰ ਰੋਜ਼ਮਰਾ ਦੀ ਜ਼ਿੰਦਗੀ ਦੇ ਲਈ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈਗੀ ਹੈ, ਉਹ ਇਸ ਪ੍ਰੋਗਰਾਮ ਦੇ ਰਾਹੀਂ ਉਹਨਾਂ ਨੂੰ ਜਿਹੜੀ ਹੈਗੀ ਗਾਈਡੈਂਸ ਦਿੱਤੀ ਜਾਏਗੀ। ਅੱਜ ਦਾ ਸਫ਼ਰ ਇਸ ਪ੍ਰੋਗਰਾਮ ਦਾ ਇੱਥੇ ਖਤਮ ਕਰਦੇ ਹਾਂ। ਨਵੇਂ ਸ਼ੋਅਜ਼ ਦੇ ਲਈ ਤੁਸੀਂ ਸਾਡਾ ਜਿਹੜਾ ਹੈਗਾ YouTube ਚੈਨਲ ਸਬਸਕ੍ਰਾਈਬ ਕਰ ਲਓ, ਸਾਡਾ Facebook ਪੇਜ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਜਿਹੜੀ ਹੈਗੀ ਡੇਲੀ ਅਪਡੇਟ ਮਿਲਦੀ ਰਹੇ। ਸਤਿ ਸ਼੍ਰੀ ਅਕਾਲ।